ਅੱਜ ਆਪਾਂ ਗੋਂਡ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਜਿਹੜੀ ਚੱਲ ਰਹੀ ਹੈ ਸੀਰੀਅਲ ਵਾਈਜ਼ 873 873 ਅੰਗ ਤੋਂ ਗਿਆਨ ਸ਼ੁਰੂ ਕਰਨਾ ਹੈ ਜੀ। ਇਹਦੇ ਵਿੱਚ ਆਪਾਂ ਨਾਮਦੇਵ ਜੀ ਦਾ ਨਾਮਦੇਵ ਦੀ ਬਾਣੀ ਲੈ ਰਹੇ ਹਾਂ। ਇਹ ਕਬੀਰ ਜੀ ਦੇ 11 ਸ਼ਬਦ ਹੋਏ ਸੀਗੇ, ਉਸ ਤੋਂ ਬਾਅਦ ਫਿਰ ਨਾਮਦੇਵ ਜੀ ਦੇ ਸ਼ਬਦ ਸ਼ੁਰੂ ਹੋਏ ਸੀਗੇ। ਤੀਸਰਾ ਸ਼ਬਦ ਆਪਾਂ ਨਾਮਦੇਵ ਜੀ ਦਾ ਲੈ ਰਹੇ ਹਾਂ। ਮਹਾਰਾਜ ਮੇਹਰ ਕਰਨ। ਅੰਗ 873 873 ਗੋਂਡ ਮੋਕੋ ਤਾਰ ਲੈ ਰਾਮਾ ਤਾਰ ਲੈ, मैं अजान जन तरबे ना जानो, बाप बीठला बांह दे रहाओ। ਇਹਦੇ ਵਿੱਚ ਦੇਖੋ ਨਾਮਦੇਵ ਜੀ ਜਿਹੜੇ ਹੈਗੇ ਆਪਾਂ ਨੂੰ ਸੇਧ ਦੇ ਰਹੇ ਭਾਈ, ਉਹ ਮਾਲਕ ਪਰਮਾਤਮਾ ਦੇ ਕੋਲ ਪੁਕਾਰ ਕਰ, ਪਰਮਾਤਮਾ ਦੇ ਕੋਲ ਪੁਕਾਰ ਕਰ। ਉਹ ਮਾਲਕ ਪਰਮਾਤਮਾ ਨੇ ਸੰਸਾਰ ਬਣਾਇਆ ਆ, ਇਹ ਮਾਇਆ ਬਣਾਈ ਆ, ਤੈਨੂੰ ਤੇਰਾ ਸਰੀਰ ਬਣਾਇਆ ਆ, ਤੇਰੇ ਅੰਦਰ ਜੋਤ ਰੱਖੀ ਆਪਣੀ, ਤੈਨੂੰ ਸਭ ਤੋਂ ਸਿਖਰਲੇ ਡੰਡੇ 'ਤੇ ਮਨੁੱਖਾ ਜੂਨ ਦਿੱਤੀ ਹੋਈ ਆ ਜੇ। ਔਰ ਇਹਦੇ ਵਿੱਚ ਮਾਲਕ ਨੇ ਇੰਨੇ ਸਵਾਦ ਸੰਸਾਰ ਦੇ ਵਿੱਚ ਜਿਹੜੇ ਪਾਏ ਆ, ਪੰਜਾਂ ਤੱਤਾਂ ਦੀ ਰਚਨਾ, ਪੰਜਾਂ ਤੱਤਾਂ ਦਾ ਸਰੀਰ ਦਾ ਸਰੀਰ ਦੇ ਨਾਲ ਅਟਰੈਕਸ਼ਨ ਹੈਗਾ। ਇਹ ਆਹੀ ਖੇਡਿਆ ਮਾਲਕ ਦੀ, ਇਹ ਖੇਡ ਨੂੰ ਮਾਲਕ ਦੇਖ ਰਿਹਾ ਆ। ਸਾਰੇ ਇਹਦੇ ਵਿੱਚ ਮਾਲਕ ਦੇ ਵਿੱਚ ਹੀ ਖੇਡ ਚੱਲ ਰਹੀ ਆ। ਔਰ ਉਹਨੇ ਮਾਲਕ ਨੇ ਆਪਾਂ ਨੂੰ ਨਿਕਲਣ ਦਾ ਰਸਤਾ ਆਪਣੇ ਅੰਦਰ ਹੀ ਰੱਖਿਆ ਹੋਇਆ ਹੈ। ਉਹ ਕਹਿੰਦੇ ਮਾਇਆ, ਇਹ ਸਵਾਦ, ਇਹ ਦੁਨੀਆ ਦੇ ਪਦਾਰਥ ਜਿਹੜੇ ਹੈਗੇ, ਇਹ ਤੈਨੂੰ ਚਮਕਦਾ ਹੋਇਆ ਬਹੁਤ ਹੀ ਸੋਹਣਾ ਲੱਗਦਾ ਹੈ। ਇਹਦੇ ਵਿੱਚ ਤੂੰ ਫਸੇਗਾ, ਇਸ 'ਚੋਂ ਨਿਕਲਣਾ ਹੈ ਤੈਨੂੰ। ਆਹੀ ਗੇਮ ਆ, ਮੈਂ ਤੈਨੂੰ 0 ਲੈਵਲ 'ਤੇ ਭੇਜ ਰਿਹਾ ਹਾਂ। ਤੈਨੂੰ ਨਾ ਪਿਛਲਾ ਯਾਦ ਆ, ਨਾ ਤੈਨੂੰ ਅਗਲਾ ਯਾਦ ਆ। ਬਸ ਆ ਤੈਨੂੰ ਚਾਂਸ ਦਿੱਤਾ ਹੈ, ਤੇਰੀ ਬਾਰੀ ਆ। ਇਹ ਬਾਰੀ ਜਿਹੜੀ ਹੈਗੀ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਬਾਰੀ ਤੇਰੀ ਆਹ ਕੰਮ ਕਰਨ ਦੀ, ਤੈਨੂੰ ਬੁੱਝਣ ਦੀ ਹੈਗੀ ਆ। ਇਹ ਚੋਗਾ ਪਦਾਰਥ, ਤੇਰਾ ਸਰੀਰ ਜਿਹੜਾ ਹੈਗਾ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਇਹ ਸਰੀਰ ਜਿਹੜਾ ਹੈਗਾ, ਇਹਨੂੰ ਜਿਹੜਾ ਹੈਗਾ, ਇਹਨੂੰ ਚਲਾਉਣ ਵਾਸਤੇ, ਜਿਵੇਂ ਕਾਰ ਜਾਂ ਗੱਡੀ ਚਲਾਉਣ ਵਾਸਤੇ ਆਪਾਂ ਨੂੰ ਗੈਸ ਪੈਟਰੋਲ ਦੀ ਲੋੜ ਪੈਂਦੀ ਹੈ, ਉਸੇ ਤਰੀਕੇ ਦੇ ਨਾਲ ਕਹਿੰਦੇ ਤੈਨੂੰ ਇਹ ਤੇਰਾ ਸਰੀਰ ਚਲਾਉਣ ਵਾਸਤੇ ਇਹ ਪਦਾਰਥਾਂ ਦੀ ਲੋੜ ਹੈਗੀ, ਭੋਜਨ ਦੀ ਲੋੜ ਹੈ। ਅਤੇ ਓਨਾ ਕੀ ਲਈ ਜਿੰਨਾ ਕੁ ਤੈਨੂੰ ਚਾਹੀਦਾ ਹੈਗਾ। ਇਹਦੇ ਪਿੱਛੇ ਜਿਹੜਾ ਹੈਗਾ, ਇਹਨੂੰ ਜਿਹੜਾ ਹੈਗਾ ਸਾਰਾ ਕੁਝ ਸਮਝ ਕੇ ਇਹਦੇ ਪਿੱਛੇ ਨਾ ਭੱਜੀ। ਆਹੀ ਹੈਗੀ ਕਹਿੰਦੇ ਮਾਲਕ ਨੇ ਬਹੁਤ ਹੀ ਜ਼ਬਰਦਸਤ ਜਿਹੜੀ ਹੈਗੀ ਇਹ ਮਾਇਆ ਚਮਕੀਲੀ ਬਹੁਤ ਹੀ ਖਿੱਚ ਵਾਲੀ ਬਣਾਈ ਹੈ ਮਾਲਕ ਨੇ। ਔਰ ਮੱਲੋ ਮੱਲੀ ਇਨਸਾਨ ਜਿਹੜਾ ਹੈਗਾ ਇਹ ਮਾਇਆ ਦੇ ਵਿੱਚ ਫਸ ਜਾਂਦਾ ਹੈ, ਕਿਉਂਕਿ ਸਰੀਰ ਦਿੱਤਾ ਹੈ। ਸਰੀਰ ਜਿਹੜਾ ਹੈਗਾ ਇਹਦੇ ਅੰਦਰ 5 ਜਿਹੜੇ ਗਿਆਨ ਇੰਦਰੀਆਂ ਹੈਗੀਆਂ, 5 ਕਰਮ ਇੰਦਰੀਆਂ ਹੈਗੀਆਂ। ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ, ਅੱਖਾਂ, ਕੰਨ, ਨੱਕ, ਜੀਭ, ਚਮੜੀ, ਇਹ ਸਾਰੀਆਂ ਆਪਾਂ ਨੂੰ ਜਿਹੜੀਆਂ ਹੈਗੀਆਂ ਬਾਹਰਲੇ ਪਦਾਰਥਾਂ ਦੇ ਬਾਰੇ ਜਿਹੜਾ ਹੈਗਾ ਚੋਗਾ ਜਿਹੜਾ ਖਿਲ ਰਿਹਾ ਹੋਇਆ, ਇਹਨੂੰ ਬੜੀ ਜਿਹੜੀ ਹੈਗੀ ਆ ਤਰ੍ਹਾਂ ਦੇ ਤਰੀਕੇ ਦੇ ਨਾਲ ਪਰੋਸਦੀਆਂ ਆ ਆਪਣੇ ਅੱਗੇ। ਔਰ ਆਪਾਂ ਜਿਹੜੇ ਹੈਗੇ ਇਹਦੇ ਵਿੱਚ ਸਵਾਦ ਹੈਗਾ, ਪਰ ਇਹਦੇ ਵਿੱਚ ਰੱਜ ਨਹੀਂ ਹੈਗਾ। ਇਹਦੇ ਵਿੱਚ ਸਵਾਦ ਹੈਗਾ, ਬਹੁਤ ਸਵਾਦ ਹੈਗਾ, ਪਰ ਇਹਦੇ ਵਿੱਚ ਜਿਹੜਾ ਹੈਗਾ ਸੈਟਿਸਫੈਕਸ਼ਨ ਨਹੀਂ ਹੈਗੀ। ਔਰ ਇਹਦੇ ਵਿੱਚ ਹੀ ਜੇ ਆਪਾਂ ਦੇਖ ਲਓ, ਆਪਾਂ ਜਿਸ ਦੀ ਵੀ ਜਿੰਨੀ ਉਮਰ ਹੈਗੀ ਆ, ਆਪਣਾ ਦੇਖ ਲੈ ਬਈ ਕੀ ਮੈਨੂੰ ਰੱਜ ਆ ਗਿਆ, ਕੀ ਮੇਰੀ ਤ੍ਰਿਪਤੀ ਹੋਈ, ਜਾਂ ਕਿ ਮੇਰੀ ਪਿਆਸ ਹੋਰ ਜ਼ਿਆਦਾ ਵੱਧ ਗਈ ਆ। ਬਸ ਇਹਦੇ ਵਿੱਚ ਪਿਆਸ ਹੈਗੀ, ਇਹਦੇ ਵਿੱਚ ਪਿਆਸ ਬੁਝਣ ਦਾ ਕੋਈ ਚਾਂਸ ਨਹੀਂ ਹੈਗਾ। ਇਹਨੇ ਆਪਣੀ ਉਮਰ ਜਿਹੜੀ ਹੈਗੀ, ਆਪਣਾ ਚਾਂਸ ਜਿਹੜਾ ਹੈਗਾ ਉਹਨੂੰ ਬੁਝਾ ਦੇਣਾ ਇਹਨੇ। ਬਸ ਆਹੀ ਹੈਗੀ ਇਹ ਮਾਇਆ ਦੇ ਵਿੱਚ, ਇਹੀ ਗੇਮ ਪਾਈ ਹੋਈ ਆ। ਇਸ ਕਰਕੇ ਭਾਈ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਹੈਗੇ ਆ, ਇਹ ਇਸੇ ਪਦਾਰਥਾਂ ਦੇ ਨਾਲ, ਮਾਇਆ ਦੇ ਨਾਲ
ਆਪਣਾ ਜਿਹੜਾ ਹੈਗਾ ਆਪਣੇ ਅੰਦਰ ਜਿਹੜੇ ਹੈਗੇ ਆ ਇਹ ਘਰ ਕਰ ਜਾਂਦੇ ਆ। ਔਰ ਇਹਦੇ ਨਾਲ ਕੀ ਹੁੰਦਾ ਹੈ ਕਿ ਆਪਣੇ ਸੰਸਕਾਰ, ਕਿਉਂਕਿ ਇੱਕ ਵਾਰੀ ਜਿਹੜਾ ਹੈਗਾ, ਇੱਕ ਵਾਰੀ ਕਿਸੇ ਚੀਜ਼ ਦਾ ਸਵਾਦ ਲੈ ਲਓ ਅਤੇ ਬਾਰ-ਬਾਰ ਫਿਰ ਜਿਹੜਾ ਹੈਗਾ ਉਹ ਸਵਾਦ ਉਹ ਆਪਣਾ ਅੰਦਰ ਜਿਹੜਾ ਹੈਗਾ ਉਹ ਸਵਾਦ ਮੰਗਦਾ ਹੈ ਭਾਈ। ਇੱਕ ਵਾਰੀ ਸਵਾਦ ਲਓ, ਬਾਰ-ਬਾਰ ਫਿਰ ਜਿਹੜਾ ਹੈਗਾ ਆਪਣੇ ਅੰਦਰ ਜਿਹੜੀ ਹੈਗੀਆਂ ਉਹ ਲੀਹਾਂ ਬਣ ਜਾਂਦੀਆਂ ਹੈ, ਉਹ ਜਿਹੜੀ ਹੈਗੇ ਆਪਣੇ ਜਿਹੜੇ ਸੰਸਕਾਰ ਬਣ ਜਾਂਦੇ ਆ। ਬਸ ਇਹ ਸੰਸਕਾਰ ਹੀ ਆਪਣਾ ਜਿਹੜਾ ਹੈਗਾ ਜੀਵਨ ਜਿਹੜਾ ਹੈਗਾ ਇਹ ਕੰਟਰੋਲ ਕਰ ਜਾਂਦੇ ਆ ਔਰ ਆਪਾਂ ਨੂੰ ਜਿਹੜਾ ਹੈਗਾ ਡੁਬਾ ਦਿੰਦੇ ਆ। ਆਪਣਾ ਚਾਂਸ ਜਿਹੜਾ ਹੈਗਾ ਚਲੇ ਜਾਂਦਾ ਹੈ ਔਰ ਅੱਗੇ ਜਿਹੜਾ ਹੈਗਾ, ਕਿਉਂਕਿ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ, ਇਹੀ ਚੀਜ਼ ਜਿਹੜੀ ਹੈਗੀ ਅੱਗੇ ਜਿਹੜਾ ਅਗਲਾ ਜਨਮ ਵੀ ਜਿਹੜਾ ਹੈਗਾ, ਅਗਲੀ ਜੂਨਾਂ ਜਿਹੜੀਆਂ ਹੈ ਇਹ ਨਿਰਧਾਰਿਤ ਕਰਦੀ ਆ। ਕਿਉਂਕਿ ਆਪਾਂ ਮਰਨ ਵਾਲੇ ਨਹੀਂ ਹੈਗੇ। ਜੋ ਮਾਲਕ ਪਰਮਾਤਮਾ ਜਿਸ ਚੀਜ਼ ਦਾ ਬਣਿਆ ਹੋਇਆ ਹੈ ਜਾਂ ਜਿਸ ਜੋਤ ਦਾ, ਆਪਾਂ ਵੀ ਉਹਦਾ ਅੰਸ਼ ਹੈਗੇ ਆ। ਅਤੇ ਇਹ ਜਿਹੜਾ ਹੈਗਾ ਇਹ ਖੇਡ ਹੈਗੀ ਮਾਲਕ ਪਰਮਾਤਮਾ ਦੀ। ਸਰੀਰ ਦਿੰਦਾ ਹੈ, ਲੈ ਲੈਂਦਾ ਹੈ, ਉਹਦੀ ਮਰਜ਼ੀ, ਉਹਦਾ ਕੰਟਰੋਲ ਚੱਲਦਾ ਹੈ। ਔਰ ਜੇ ਆਪਾਂ ਜਿਹੜੇ ਹੈਗੇ ਉਹ ਮਾਲਕ ਵਾਂਗੂ ਜਿਹੜੇ ਹੈਗੇ ਆਜ਼ਾਦ ਹੋਣਾ ਚਾਹੁੰਦੇ ਹਾਂ ਅਤੇ ਫਿਰ ਆਪਾਂ ਨੂੰ ਜਿਹੜਾ ਹੈਗਾ ਇਹ ਭਗਤੀ ਕਰਨੀ ਪੈਣੀ ਆ। ਔਰ ਇਹਦੇ ਵਾਸਤੇ ਦੋ ਚੀਜ਼ਾਂ ਹੈਗੀਆਂ, ਦੋ ਰਸਤੇ ਹੈਗੇ। ਇੱਕ ਹੈਗਾ ਮਾਇਆ ਦਾ ਰਸਤਾ, ਧਾਤ ਦਾ ਰਸਤਾ, ਮੈਟਰ ਦਾ ਰਸਤਾ। ਇੱਕ ਹੈਗਾ ਮਾਲਕ ਵੱਲ ਨੂੰ ਜਾਣ ਦਾ ਰਸਤਾ। ਹੁਣ ਦੋਨਾਂ ਦੇ ਵਿੱਚੋਂ ਇਹ ਬਾਣੀ ਜਿਹੜੀ ਹੈਗੀ ਆ ਦੂਸਰੇ ਰਸਤੇ ਦਾ ਗਿਆਨ ਦਿੰਦੀ ਆ, ਪਰ ਬਾਣੀ ਦਾ ਮਨੋਰਥ, ਬਾਣੀ ਦਾ ਪ੍ਰਯੋਜਨ ਸਿਰਫ ਔਰ ਨਿਰੋਲ ਉਹ ਮਾਲਕ ਪਰਮਾਤਮਾ ਵਾਲਾ ਰਸਤਾ ਜਿਹੜਾ ਹੈਗਾ, ਨਿਕਲਣ ਵਾਲਾ ਰਸਤਾ। ਬਾਣੀ ਉਸ ਦੇ ਉੱਤੇ ਕੇਂਦਰਿਤ ਹੈਗੀ। ਜਿਹਦਾ ਮਨ ਮਾਇਆ ਦੇ ਵਿੱਚ ਹੈ, ਜਿਹਨੇ ਮਾਇਆ ਦੇ ਪਦਾਰਥਾਂ ਦੇ ਭੋਗ ਕਰਨੇ ਆ, ਉਹਦੇ ਵਾਸਤੇ ਬਾਣੀ ਦੇ ਨਾਲ ਇਹ ਬਾਣੀ ਤੋਂ ਕੁਛ ਨਹੀਂ ਲੱਭਣਾ ਉਹਨੂੰ ਭਾਈ। ਗੋਂਡ ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠਲਾ ਬਾਹ ਦੇ। ਦੇਖੋ ਪੁਕਾਰ ਮਾਲਕ ਦੇ ਅੱਗੇ ਕਰਨੀ ਆਪਾਂ ਨੇ, ਕਿਉਂਕਿ ਆਪਾਂ ਨੂੰ ਨਹੀਂ ਪਤਾ। ਕੱਲ੍ਹ ਜਾਂ ਪਰਸੋਂ ਇੱਕ ਜਿਹੜੇ ਹੈਗੇ ਸੱਜਣ ਜਿਹੜੇ ਕਹਿੰਦੇ ਸੀਗੇ ਬਈ ਅਧੂਰੇ ਗੁਰੂ ਹੈਗੇ ਆ, ਗੁਰੂ ਤੁਸੀਂ ਕਰਦੇ ਹੋ, ਅਧੂਰਿਆਂ ਦੇ ਲੱਗੇ। ਬਈ ਅਧੂਰੇ ਹੈਗੇ ਤੇ ਭਾਈ ਪੂਰਾ ਵੀ ਤਾਂ ਹੈਗੇ ਨਾ। ਜੇ ਝੂਠ ਹੈਗਾ ਤੇ ਇਹਦਾ ਮਤਲਬ ਇਹ ਨਹੀਂ ਕਿ ਸੱਚ ਨਹੀਂ ਹੈਗਾ। ਇਹਦਾ ਮਤਲਬ ਇਹ ਥੋੜ੍ਹੀ ਨਾ ਕਿ ਸੱਚ ਨਹੀਂ ਹੈਗਾ ਭਾਈ। ਮਾਲਕ ਦੇ ਅੱਗੇ ਪੁਕਾਰ ਕਰਨੀ ਹੈ ਆਪਾਂ ਨੇ। ਮੋਖੋ ਤਾਰ ਲੈ ਰਾਮਾ ਤਾਰ ਲੈ। ਤਾਰਨਾ ਕਿੱਥੋਂ ਆ? ਆਹੀ ਜਿਹੜਾ ਹੈਗਾ ਜੋ ਸਵਾਦ ਪਾਏ ਇਹਨਾਂ ਤੋਂ ਉੱਪਰ ਚੱਕਣਾ ਹੈ, ਇਹਨਾਂ ਤੋਂ ਉੱਪਰ ਚੱਕਣਾ ਹੈ। ਆਹੀ ਤਰਨਾ ਹੈਗਾ। ਹੋਰ ਗਾਹਾਂ ਆਪਾਂ ਸਮੁੰਦਰ ਦੇ ਵਿੱਚ ਥੋੜ੍ਹੀ ਨਾ ਹੈਗੇ, ਕਿਤੇ ਡੁੱਬ ਥੋੜ੍ਹੀ ਨਾ ਰਹੇ। ਆਹੀ ਹੈਗਾ ਵਿਸ਼ੇ ਵਿਕਾਰਾਂ ਦਾ ਜਲ ਹੈਗਾ ਸਮੁੰਦਰ ਦੇ ਵਿੱਚ। ਆਹੀ ਮਨੁੱਖਾ ਜੂਨ ਜਿੱਥੇ ਆਪਾਂ ਆਏ ਹੋਏ ਹਾਂ, ਇਹੀ ਸਮੁੰਦਰ ਹੈਗਾ। ਇਸੇ 'ਚ ਤਰਨਾ ਹੈਗਾ। ਮੋਕੋ ਤਾਰ ਲੈ ਰਾਮਾ ਤਾਰ ਲੈ। ਪੁਕਾਰ ਮਾਲਕ ਦੇ ਅੱਗੇ ਕਰਨੀ ਆ। ਦੇਖੋ ਕੀ ਕਹਿ ਰਿਹਾ ਭਗਤ ਜੀ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠਲਾ ਬਾਂਦੇ। ਕਹਿੰਦੇ ਮੈਂ ਤਾਂ ਅਜਾਣਿਆ ਮਾਲਕਾ, ਮੈਨੂੰ ਥੋੜ੍ਹੀ ਨਾ ਗਿਆਨ ਹੈਗਾ ਕੋਈ, ਮੈਨੂੰ ਕੋਈ ਪਤਾ ਹੈਗਾ ਕਿਸੇ ਚੀਜ਼ ਦੇ ਬਾਰੇ। ਮੈਨੂੰ ਕੀ ਪਤਾ ਹੈ ਤੂੰ ਅੰਦਰ ਹੈਗਾ ਹੈ, ਤੂੰ ਜੋਤ ਹੈਗਾ ਹੈ, ਕੁਛ ਮੈਨੂੰ ਕੋਈ ਗਿਆਨ ਹੀ ਨਹੀਂ ਹੈਗਾ। ਮੇਰੇ ਸਾਹਮਣੇ ਤਾਂ ਸਰੀਰ ਹੈਗਾ, ਚੋਗਾ ਪਿਆ ਹੋਇਆ ਹੈ। ਮੈਂ ਅਜਾਨ ਜਨ ਤਰਬੇ ਨਾ ਜਾਨੋ, ਮੈਂ ਨਹੀਂ ਜਾਣਦਾ ਤਰਨਾ ਕਿਵੇਂ ਜਿਹੜਾ ਹੈਗਾ ਮਾਇਆ ਦੇ ਵਿੱਚ ਰਹਿ ਕੇ ਔਰ ਇਸ ਤੋਂ ਉੱਪਰ ਰਹੀਏ, ਇਹਨੂੰ ਯੂਜ਼ ਕਰਕੇ ਔਰ ਇਸ ਤੋਂ ਉੱਪਰ ਰਹਿਣਾ ਮੈਨੂੰ ਨਹੀਂ ਆਉਂਦਾ ਇਹ। ਮੈਂ ਅਜਾਨ ਜਨ ਤਰਬੇ ਨਾ ਜਾਨੋ। ਤਰਨਾ ਦੇਖੋ ਮਾਇਆ ਨੂੰ ਯੂਜ਼ ਕਰਨਾ ਹੈ, ਮਾਇਆ ਨੂੰ ਛੱਡਣਾ ਨਹੀਂ ਹੈ। ਮਾਇਆ ਨੂੰ ਛੱਡਣਾ ਨਹੀਂ ਹੈ, ਇਹਨੂੰ ਯੂਜ਼ ਕਰਨਾ ਹੈ ਭਾਈ, ਜਮਾ ਨਹੀਂ ਕਰਨਾ। ਜਮਾ ਕਰਾਂਗੇ ਤੇ ਫਿਰ ਆਪਾਂ ਹੀ ਜਮਾ ਹੋ ਜਾਵਾਂਗੇ, ਆਪਣਾ ਹੀ ਖਤਮ ਹੋ ਜਾਵਾਂਗੇ ਆਪਾਂ। ਫਿਰ ਕਦੋਂ ਯੂਜ਼ ਕਰਾਂਗੇ ਜਿਹੜੀ ਮਾਇਆ ਇੰਨਾ ਆਪਾਂ ਨੇ ਇੰਨੇ ਸਵਾਸ ਦਿੱਤੇ, ਇੰਨਾ ਜੀਵਨ ਦੇ ਕੇ ਆਪਾਂ ਕਮਾਈ ਕਰ ਰਹੇ ਹਾਂ, ਅਤੇ ਉਹਨੂੰ ਜਿਹੜਾ ਹੈਗਾ ਯੂਜ਼ ਕਦੋਂ ਕਰਾਂਗੇ ਜੇ ਆਪਣਾ ਸਮਾਂ ਹੀ ਖਤਮ ਹੋ ਗਿਆ। ਤੇ ਫਿਰ ਦੁਬਾਰਾ ਆ ਕੇ ਜਿਹੜਾ ਹੈਗਾ ਬੈਂਕ ਦੇ ਵਿੱਚ ਫਿਰ ਜਿਹੜੇ ਹੈਗੇ ਆਪਾਂ ਜੇ ਵਾਊਚਰ ਭਰਾਂਗੇ। ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠਲਾ ਬਾਂਦੇ। ਉਹ ਬਾਪ ਆ, ਦੇਖੋ ਬਾਪ ਆ, ਬਾਪ ਤੇ ਬੱਚਾ ਮੰਗ ਰਿਹਾ, ਬੱਚੇ ਨੂੰ ਦੇਊਗਾ ਨਹੀਂ ਪਿਓ। ਦੁਨੀਆਵੀ ਸੰਸਾਰੀ ਬੱਚੇ ਦੇ ਬਾਪ ਦੇਖ ਲਓ, ਜਿਹੜਾ ਬੱਚੇ ਦੇ ਵਾਸਤੇ ਸਾਰਾ ਕੁਛ ਕਰਦੇ ਆ। ਅਤੇ ਉਹ ਮਾਲਕ ਪਰਮਾਤਮਾ ਜੀ ਨੂੰ ਬਾਪ ਕਹਿ ਰਹੇ ਆ। ਉਹ ਬੀਠਲ ਨੂੰ, ਇਹ ਨਾਮਦੇਵ ਜੀ ਜਿਹੜੇ ਹੈਗੇ ਮਹਾਰਾਸ਼ਟਰ ਦੇ ਸੀਗੇ, ਮਹਾਰਾਸ਼ਟਰ 'ਚ ਬੀਠਲ ਕਹਿੰਦੇ ਆ ਪਰਮਾਤਮਾ ਨੂੰ।
ਇਹ ਬਾਣੀ ਜਿਹੜੀ ਹੈਗੀ ਸਰਬ ਸਾਂਝੀ ਬਾਣੀ ਹੈ। ਇਹਦੇ ਵਿੱਚ ਮੁਸਲਮਾਨ ਫਕੀਰ ਵੀ, ਮੁਸਲਮਾਨਾਂ ਦੀ ਫਰੀਦ ਜੀ ਦੀ ਬਾਣੀ ਹੈ, ਭੀਖਨ ਜੀ ਦੀ ਬਾਣੀ ਹੈਗੀ ਆ। ਇਹਦੇ ਵਿੱਚ ਜਿਹੜੇ ਹੈਗੇ ਹਿੰਦੂ ਮੁਸਲਮਾਨ ਸਾਰੇ, ਇਹ ਤਾਂ ਹੈ ਹੀ ਨਹੀਂ, ਇਹ ਤਾਂ ਮਨੁੱਖ ਹੈਗੇ ਭਾਈ। ਇਹ ਸਾਰੇ ਧਰਮ ਜਿਹੜੇ ਮਾਲਕ ਨੇ ਇਨਸਾਨ ਪੈਦਾ ਕੀਤਾ ਹੈ। ਜਿੱਥੇ ਵੀ ਦੇਖ ਲਓ ਦੁਨੀਆ ਦੇ ਵਿੱਚ ਸੇਮ ਜਿਹੜਾ ਹੈਗਾ ਉਹ ਇਨਸਾਨ ਜਿਹੜਾ ਪੈਦਾ ਹੋਏਗਾ ਉਹੇ ਜਿਹਾ ਹਰ ਜਗ੍ਹਾ ਪੈਦਾ ਹੁੰਦਾ ਹੈ ਮਾਲਕ ਪਰਮਾਤਮਾ। ਇਸ ਤੋਂ ਬਾਅਦ ਕੋਈ ਹਿੰਦੂ ਮੁਸਲਮਾਨ ਸਿੱਖ ਈਸਾਈ ਉਹਦੇ ਅੰਦਰ ਫਿਜ਼ੀਕਲ ਚੇਂਜਸ ਕਰਕੇ ਔਰ ਉਹਨੂੰ ਜਿਹੜਾ ਹੈਗਾ ਉਹ ਬਣਾ ਦਿੰਦੇ ਆ ਭਾਈ। ਇਸ ਕਰਕੇ ਬਾਣੀ ਸਰਬ ਸਾਂਝੀ ਬਾਣੀ ਹੈਗੀ ਭਾਈ। ਇਹ ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਹੈਗੀ, ਇਹ ਮਨੁੱਖਤਾ ਦੇ ਵਾਸਤੇ ਹੈਗੀ, ਹਰੇਕ ਮਨੁੱਖ ਦੇ ਵਾਸਤੇ ਹੈਗੀ। ਸਿੱਖਾਂ ਨੇ ਕੋਈ ਇਹਦਾ ਜਿਹੜਾ ਹੈਗਾ ਖਾਸ ਜਿਹੜੇ ਹੈਗੇ ਸਿੱਖ ਕੋਈ ਇਹਦੇ ਉੱਤਰਾਧਿਕਾਰੀ ਨਹੀਂ ਹੈਗੇ ਭਾਈ, ਉਹਨਾਂ ਦੇ ਨਾਮ ਤੇ ਪਟਾ ਨਹੀਂ ਲਿਖਿਆ ਹੋਇਆ। ਮੁਖ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠਲਾ ਬਾਹ ਦੇ। ਕਹਿੰਦੇ ਹੱਥ ਫੜਾ ਮਾਲਕਾ, ਹੱਥ ਫੜਾ, ਡੁੱਬ ਰਿਹਾ ਆ ਮੈਨੂੰ ਤਾਂ ਤਰਨਾ ਆਉਂਦਾ ਹੀ ਨਹੀਂ ਹੈਗਾ। ਆ ਮੇਰੀ ਜੂਨ ਚ ਆ ਰਹੀ ਹੈ, ਇੰਨੇ ਸਾਲ ਤਾਂ ਹੋ ਗਈ ਮੇਰੀ ਉਮਰ, ਆ ਚਿੱਟੀ ਦਾੜੀ ਹੋ ਗਈ ਹੈ, ਹੁਣ ਦੱਸ ਬਾਪੂ ਕੀ ਕਰੂੰ ਮੈਂ। ਮੁਖ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠਲਾ ਬਾਹ ਦੇ ਰਹਾਓ। ਆ ਦੇਖੋ ਹੁਣ ਨੈਕਸਟ ਲਾਈਨ ਦੇ ਵਿੱਚ ਬਾਹ ਦੇ ਦਿੱਤੀ। ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿਖਲਾਈ। ਆ ਸਤਿਗੁਰੂ ਕਰੈਕਟਰ ਜਿਹੜਾ ਹੈਗਾ ਆ ਗਿਆਨ ਆ ਗਿਆ, ਬੁੱਧੀ ਸਿਖਲਾ ਦਿੱਤੀ। ਸਤਿਗੁਰੂ ਨੇ ਬੁੱਧੀ ਸਿਖਲਾਈ। ਕਹਿੰਦੇ ਜੀ ਬਸ ਜਿਹੜਾ ਹੈ ਬਸ ਸਤਿਗੁਰੂ ਥੋੜ੍ਹੀ ਨਾ ਕੁਛ ਹੈ, ਬਸ ਆਪਣਾ ਗੁਰ ਮਿਲ ਗਿਆ ਇਸੇ ਨੂੰ ਲੈ ਲਓ। ਕੀ ਕਹੀਏ ਭਾਈ। ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿਖਲਾਈ। ਆ ਦੇਖੋ ਸਤਿਗੁਰੂ ਜਿਹੜੇ ਹੈਗੇ ਨਾਮਦੇਵ ਜੀ, ਇਹ ਸਤਿਗੁਰੂ ਆਪਾਂ ਨੂੰ ਬੁੱਧੀ ਸਿਖਲਾ ਰਹੇ ਆ, ਦੱਸ ਰਹੇ ਵੀ ਪੁਕਾਰ ਕਰ ਮਾਲਕ ਪਰਮਾਤਮਾ ਦੇ ਅੱਗੇ, ਬਾਂਹ ਲੈ ਉਹਦੇ ਕੋਲੋਂ, ਬਾਂਹ ਫਾੜ ਨਿਕਲੇਗਾ ਬਾਹਰ। ਆ ਸਤਿਗੁਰੂ ਆ ਗਏ, ਕਰੈਕਟਰ ਜਿਹੜਾ ਹੈਗਾ ਗਿਆਨ ਮਿਲ ਗਿਆ ਭਾਈ, ਬੁੱਧੀ ਆ ਗਈ। ਆਪਾਂ ਨੂੰ ਵਿਵੇਕ ਬੁੱਧੀ ਲੈਣੀ ਆ। ਕੀ ਕਰਨਾ ਹੈ ਆਪਾਂ ਨੇ, ਆ ਗਿਆਨ ਲੈ ਰਹੇ ਹਾਂ, ਆਪਾਂ ਬੈਠੇ ਹਾਂ ਗੁਰੂ ਦੇ ਨਾਮਦੇਵ ਜੀ ਦੇ ਆਲੇ ਦੁਆਲੇ, ਕਿੱਥੋਂ ਆਪਾਂ ਬੈਠੇ, ਨਾਮਦੇਵ ਜੀ ਬੋਲ ਰਹੇ ਆ ਤੇ ਕੀ ਦੇ ਰਹੇ ਆਪਾਂ ਨੂੰ, ਦੱਸ ਰਹੇ ਭਾਈ ਤੇਰਾ ਚਾਂਸ ਜਾ ਰਿਹਾ ਆ ਤੇ ਤੂੰ ਦੇਰ ਕਿਉਂ ਕਰ ਰਿਹਾ ਹੈ। ਗਿਆਨ ਲੈ, ਗਿਆਨ ਦੇ ਰਹੇ ਆਪਾਂ ਨੂੰ, ਆਹੀ ਬੁੱਧੀ ਦੇਣੀ ਹੈ ਆਪਾਂ ਨੇ। ਤੇ ਆਪਾਂ ਨੇ ਭਗਤੀ ਕਰਨੀ, ਆਪਣੇ ਅੰਦਰ ਜਿਹੜਾ ਹੈਗਾ ਆਪਣੇ ਅੰਦਰ ਵੜਨਾ ਹੈ। ਗੇਮ ਵਿਚਾਰਾਂ ਦੀ ਹੈਗੀ। ਵਿਚਾਰਾਂ ਦੀ ਕਿਉਂ ਹੈਗੀ? ਕਿਉਂਕਿ ਪਦਾਰਥ ਹੈ, ਚੋਗਾ ਹੈ। ਇਹ ਚੋਗਾ ਪਾਇਆ ਵਿਚਾਰਾਂ ਦੇ ਨਾਲ, ਚੋਗੇ ਦੇ ਵਿੱਚ ਫਸ ਜਾਂਦੇ ਆਪਾਂ ਜਾ ਕੇ। ਐਟਲੀਸਟ 2 ਟਾਈਮ ਜਿਹੜੇ ਹੈਗੇ ਆਪਾਂ ਆਪਣੇ ਵਿਚਾਰਾਂ ਦੇ ਉੱਤੇ ਧਿਆਨ ਦਈਏ, ਇਹ ਵਿਚਾਰਾਂ ਨੂੰ ਬੰਦ ਕਰੀਏ ਤੇ ਆਪਾਂ ਚੋਗੇ ਤੋਂ ਕੱਟ ਹੋ ਜਾਵਾਂਗੇ। ਚੋਗੇ ਤੋਂ ਕੱਟ ਹੋਵਾਂਗੇ ਤੇ ਅੰਦਰ ਆਪਣੇ ਜਿਹੜਾ ਹੈਗਾ ਅੰਦਰ ਆਪਣੇ ਜਿਹੜਾ ਹੈ ਕੰਸਨਟਰੇਸ਼ਨ ਹੋ ਜਾਏਗੀ ਭਾਈ। ਅੰਦਰ ਆਪਣੇ ਮਨ ਨੂੰ ਜਿਹੜਾ ਹੈਗਾ ਮਨ ਫ੍ਰੀ ਹੋ ਜਾਏਗਾ। ਇੰਨਾ ਜ਼ਬਰਦਸਤ ਮਾਇਆ ਨੇ ਦੱਬਿਆ ਹੋਇਆ ਹੈ ਇਹ ਮਨ ਨੂੰ ਜਿਹੜਾ ਹੈਗਾ, ਇਹਨੂੰ ਖੁਸ਼ੀ ਆਏਗੀ, ਇਹਨੂੰ ਜਿਹੜਾ ਹੈਗਾ ਇਹਨੂੰ ਸ਼ਾਂਤੀ ਆਏਗੀ। ਐਸੀ ਚੀਜ਼ ਆ ਜਾਏਗੀ ਮਨ ਨੂੰ, ਇੱਕ ਵਾਰੀ ਮਨ ਨੂੰ ਪਤਾ ਲੱਗ ਜਾਏ, ਮਨ ਦੀ ਤਾਂ ਆਦਤ ਹੈ, ਇਹਨੂੰ ਵਧੀਆ ਚੀਜ਼ ਲੱਭ ਜਾਂਦੀ ਹੈ, ਉਹ ਘਟੀਆ ਚੀਜ਼ ਨੂੰ ਛੱਡ ਦਿੰਦਾ ਹੈ, ਉਹ ਦੂਸਰੀ ਚੀਜ਼ ਨੂੰ ਛੱਡ ਦਿੰਦਾ ਉਸ ਵੇਲੇ। ਤੇ ਇਹਦੇ ਅੱਗੇ ਜਿਹੜਾ ਵਧੀਆ ਚੀਜ਼ ਰੱਖੀ ਹੈ ਤਾਂ ਸਹੀ ਨਾ। ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿਖਲਾਈ। ਦੇਖੋ ਨਰ ਤੋਂ ਸੁਰ ਕੀ ਹੁੰਦੇ? ਦੇਵਤੇ ਹੁੰਦੇ ਆ। ਨਰ ਇਨਸਾਨ ਹੈ। ਕਹਿੰਦੇ ਦੇਵਤੇ ਕੀ ਹੈ? ਦੇਵਤਿਆਂ ਕੋਲ ਗੁਣ ਹੈਗੇ ਭਾਈ। ਬਸ ਕਹਿੰਦੇ ਗੁਣ ਆ ਗਏ। ਜਸਵੀਰ ਕੌਰ ਜੀ ਤੁਸੀਂ ਮੈਸੇਜ ਨਾ ਛੱਡਿਆ ਕਰੋ, ਬਸ ਤੁਸੀਂ ਆ ਗਏ ਨਾ ਤਾਂ ਸਮਝ ਲਓ ਵੀ ਤੁਹਾਡਾ ਕਬੂਲ ਹੈ ਜੀ ਸਾਰਾ, ਸਿਰ ਮੱਥੇ ਦੇ ਉੱਤੇ ਹੈਗੇ ਹੋ ਤੁਸੀਂ। ਬਸ ਜੁੜ ਜਾਓ ਆ ਕੇ ਪਲੀਜ਼, ਇਹ ਫਾਰਮੈਲਿਟੀ ਦੀ ਲੋੜ ਨਹੀਂ ਹੈ ਪਲੀਜ਼। ਨਰ ਦੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿਖਲਾਈ। ਨਰ ਤੇ ਉਪਜ ਸੁਰ ਕੋ ਜੀਤਿਓ, ਸੋ ਔਖਦ ਮੈਂ ਪਾਈ। ਦੇਖੋ ਕੀ ਕਹਿ ਰਹੇ ਹੈ। ਕਹਿੰਦੇ ਮੈਂ ਮਨੁੱਖ ਸੀਗਾ। ਇਹ ਸਵਰਗ ਜਿਹੜਾ ਕਹਿੰਦੇ ਆ ਭਾਈ, ਇਹ ਜੰਨਤ ਕਹਿੰਦੇ ਇਹਨੂੰ ਮੈਂ ਜਿੱਤ ਲਿਆ, ਮੈਨੂੰ ਨਹੀਂ ਚਾਹੀਦੀ ਇਹ ਜੰਨਤ, ਜਿੱਤ ਲਈ। ਨਰ ਤੇ ਉਪਜ ਸੁਰਗ ਕੋ ਜੀਤਿਓ, ਸੋ ਔਖਦ ਮੈਂ ਪਾਈ। ਉਹ ਮੈਨੂੰ ਔਸ਼ਧੀ ਮਿਲ ਗਈ ਆ ਭਾਈ,
ਕਰੋੜਾਂ ਦਵਾਵਾਂ ਦੀ ਇੱਕ ਦਵਾ, ਐਸੀ ਰਸਾਇਣ ਸਤਿਗੁਰੂ ਨੇ ਬੁੱਧੀ ਦੇ ਦਿੱਤੀ ਪਾਏ। ਸਤਿਗੁਰੂ ਨੇ ਜਿਹੜਾ ਹੈਗਾ ਮੈਨੂੰ ਸੁੰਨ ਦੇ ਵਿੱਚ ਬੈਠਣਾ ਸਿਖਾ ਦਿੱਤਾ, ਮੈਨੂੰ ਵਿਚਾਰ ਬੰਦ ਕਰਨੇ ਦੱਸ ਦਿੱਤੇ, ਮੈਨੂੰ ਮਾਇਆ ਦੇ ਉੱਪਰ ਤਰਨਾ ਦਿਖਾ ਦਿੱਤਾ। ਬਈ ਮਾਇਆ ਜਿੱਥੇ ਲੋੜ ਹੈ ਖਾਓ, ਜਿੱਥੇ ਲੋੜ ਹੈ ਪਹਿਨੋ, ਜਿੱਥੇ ਲੋੜ ਹੈ ਪੀਓ। ਇਹ ਮਾਲਕ ਪਰਮਾਤਮਾ ਨੇ, ਗੁਰੂ ਨੇ ਮੈਨੂੰ ਬੁੱਧੀ ਦੇ ਦਿੱਤੀ ਬਈ ਇਹਦੇ 'ਚ ਵਿਚਾਰ ਨਹੀਂ ਨਸ਼ਟ ਕਰਨੇ। ਬਸ ਇਹ ਜਿੱਥੇ ਜ਼ਰੂਰਤ ਹੈ ਇਹਨੂੰ ਜ਼ਰੂਰਤ ਦੇ ਰੂਪ 'ਚ ਇਹਨੂੰ ਲੈਣਾ ਹੈ। ਇਹਦੇ ਬਗੈਰ ਤੇਰੀ ਯਾਤਰਾ ਨਹੀਂ ਹੋ ਸਕਦੀ। ਭੁੱਖੇ ਤਾਂ ਭਜਨ ਹੋ ਹੀ ਨਹੀਂ ਸਕਦਾ। ਨਰਤੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿਖਲਾਈ। ਨਰਤੇ ਉਪਜ ਸੁਰਗ ਕੋ ਜੀਤਿਓ, ਸੋ ਔਖਦ ਮੈਂ ਪਾਈ। ਕਹਿੰਦੇ ਕਮਾਲ ਹੋ ਗਿਆ। ਕਹਿੰਦੇ ਜਿਹੜਾ ਸਵਰਗ ਦੇ ਬਾਰੇ ਜਿਹੜਾ ਹੈਗਾ ਇੰਨੇ ਤਰਲੋ ਮੱਛੀ ਹੁੰਦੇ ਇਨਸਾਨ, ਕਹਿੰਦੇ ਉਹ ਤਾਂ ਮੈਂ ਜਿੱਤ ਲਿਆ। ਕਹਿੰਦੇ ਨਰ ਤੇ ਉਪਜ ਸੁਰਗ ਕੋ ਜੀਤੋ, ਸੋ ਔਖਦ ਜੀਤਿਓ, ਸੋ ਔਖਦ ਮੈਂ ਪਾਈ। ਆ ਨਾਮਦੇਵ ਜੀ ਜਿਹੜੇ ਹੈਗੇ ਇਹ ਕੱਪੜੇ ਅੰਬਰੇ ਜਿਹੜੇ ਹੈਗੇ ਕੱਪੜੇ ਰੰਗਦੇ, ਛਾਪੇ ਮਾਰਦੇ ਕੱਪੜਿਆਂ ਦੇ ਉੱਤੇ, ਤੇ ਇਹਨਾਂ ਨੇ ਸਵਰਗ ਨੂੰ ਜਿੱਤ ਲਿਆ। ਆ ਲਓ ਕਰੋ ਗੱਲ। ਜਹਾਂ ਜਹਾਂ ਤੂੰ ਨਾਰਦ ਟੇਕੇ, ਨਾਇਕ ਟਿਕਾਵੋ ਮੋਹੇ। ਹੁਣ ਕਹਿੰਦੇ ਮੈਨੂੰ ਨਹੀਂ ਸਵਰਗ ਸੁਰਗ ਚਾਹੀਦਾ, ਮੈਨੂੰ ਤਾਂ ਜਿੱਥੇ ਤੂੰ ਧਰੂ ਭਗਤ ਨੂੰ, ਨਾਰਦ ਵੀ ਜਿਹੜੇ ਹੈਗੇ ਪਾਸ ਆਊਟ ਹੋ ਗਏ ਭਾਈ। ਜਹਾਂ ਜਹਾਂ ਤੂੰ ਨਾਰਦ ਟੇਕੇ, ਨਾਇਕ ਟਿਕਾਵੋ ਮੋਹੇ। ਕਹਿੰਦੇ ਥੋੜਾ ਜਿਹਾ ਮੈਨੂੰ ਪਾਏ ਉਸ ਜਗ੍ਹਾ ਤੇ ਰੱਖ ਜਿੱਥੇ ਤੇਰਾ ਕਰਮ ਖੰਡ ਆ, ਜਿੱਥੇ ਤੇਰੇ ਭਗਤ ਲੋਕ ਰਹਿੰਦੇ ਆ। ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਬਲਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ। ਆਹ ਕਹਿੰਦੇ ਇੱਥੇ ਰੱਖ ਮੈਨੂੰ, ਇੱਥੇ ਟਿਕਾ ਮੈਨੂੰ। ਜਹਾਂ ਜਹਾਂ ਤੂੰ ਨਾਰਦ ਟੇਕੇ, ਨਾਇਕ ਟਿਕਾਵੋ ਮੋਹੇ। ਕਹਿੰਦੇ ਥੋੜਾ ਜਿਹਾ ਤਾਂ ਟਿਕਾ ਮੈਨੂੰ ਉੱਥੇ। ਤੇਰੇ ਨਾਮ ਅਵਲੰਬ ਬਹੁਤ ਜਨ ਉਧਰੇ, ਨਾਮੇ ਕੀ ਨਿਜ ਮਤ ਇਹ। ਕਹਿੰਦੇ ਤੇਰੇ ਨਾਮ ਦੇ ਅਵਲੰਬਨ ਆਸਰੇ ਦੇ ਨਾਲ, ਇਹ ਧਿਆਨ ਸਿਮਰਨ ਦੇ ਨਾਲ, ਇਹ ਪ੍ਰੇਮਾ ਭਗਤੀ ਦੇ ਨਾਲ, ਕਹਿੰਦੇ ਕਿੰਨੇ ਤਾਂ ਉਧਰ ਗਏ, ਮੇਰੀ ਤਾਂ ਪਰਸਨਲ, ਮੈਨੂੰ ਤਾਂ ਆਹੀ ਆ ਪਾਏ, ਤੇਰੇ ਨਾਮ ਦਾ ਹੀ ਆਸਰਾ ਹੈ, ਮੇਰੀ ਨਿਜ ਮਤ ਆ, ਪਰਸਨਲ ਐਡਵਾਈਸ। ਸਾਧ ਸੰਗਤ ਜੀ, ਨਾਮਦੇਵ ਜੀ ਆਪਾਂ ਨੂੰ ਪਰਸਨਲ ਐਡਵਾਈਸ ਦੇ ਰਹੇ। ਤੇਰੇ ਨਾਮ ਅਵਲੰਬ ਬਹੁਤ ਜਨ ਉਧਰੇ, ਨਾਮੇ ਕੀ ਨਿਜ ਮਤ ਇਹ। ਬਸ ਆ ਦੇਖੋ, ਪੁਕਾਰ ਕੀਤੀ ਮਾਲਕ ਦੇ ਅੱਗੇ, ਬਾਪ ਬੀਟਲੇ ਨੇ ਬਾਂਹ ਦਿੱਤੀ, ਉਹਨੇ ਸਤਿਗੁਰੂ ਮਿਲਾਏ, ਸਤਿਗੁਰੂ ਨੇ ਬੁੱਧੀ ਵਿਵੇਕ ਬੁੱਧੀ ਦਿੱਤੀ, ਗਿਆਨ ਦਿੱਤਾ। ਆ ਹੁਣ ਜਿਹੜੀ ਹੈਗੀ ਆ ਗਿਆਨ ਨੂੰ, ਇਹ ਮਨ ਨੂੰ ਜਿਹੜਾ ਹੈਗਾ ਇਹ ਧਿਆਨ ਸਿਮਰਨ ਜਿਹੜਾ ਹੈਗਾ ਆ ਭਗਤੀ ਮਨ ਨੂੰ ਕਰਕੇ ਦਿਖਾਏ। ਮਨ ਜਿਹੜਾ ਹੈ ਹੈਰਾਨ ਹੋ ਗਿਆ ਤੇ ਹੌਲੀ ਹੌਲੀ ਤਲਬ ਲੱਗ ਗਈ। ਆ ਦੇਖੋ ਕੀ ਨੈਕਸਟ ਸ਼ਬਦ ਆ ਗਿਆ, ਤਲਬ ਲੱਗ ਗਈ ਭਾਈ। ਗੋਂਡ ਮੋਕੋ ਲਾਗਤੀ ਤਾਲਾ ਬੇਲੀ। ਤਲਬ ਕਹਿੰਦੇ ਤਾਲਾ ਬੇਲੀ ਮਤਲਬ ਤਲਬ ਲੱਗ ਗਈ। ਮੋਕੋ ਲਾਗਤੀ ਤਾਲਾ ਬੇਲੀ, ਕਹੀ ਜੀ ਤਲਬ ਲੱਗ ਗਈ ਭਾਈ। ਕਿੰਨੀ ਕੁ ਖਿੱਚ ਹੈਗੀ ਉਹਦੇ ਅੰਦਰ। ਬਛੜੇ ਬਿਨ ਗਾਏ ਅਕੇਲੀ, ਜਿਵੇਂ ਬਛੜੇ ਤੋਂ ਬਗੈਰ ਗਾਂ ਨੂੰ ਜਿਹੜਾ ਹੈਗਾ ਖਿੱਚ ਲੱਗਦੀ ਆਪਣੇ ਬੱਚੇ ਦੀ। ਪਾਣੀਆਂ ਬਿਨ ਮੀਨ ਤਲਫੈ, ਜਿਵੇਂ ਪਾਣੀ ਤੋਂ ਬਗੈਰ ਮੱਛੀ ਤੜਫਦੀ ਆ। ਐਸੇ ਰਾਮ ਨਾਮਾ ਬਿਨ ਬਾਪੁਰੋ ਨਾਮਾ ਰਹਾਓ। ਇਸ ਤਰੀਕੇ ਦੇ ਨਾਲ ਪਰਮੇਸ਼ਰ ਦੇ ਨਾਮ ਦੇ ਧਿਆਨ ਸਿਮਰਨ ਦੇ ਇਸ ਕਾਰਵਾਈ ਦੇ ਇਸ ਸੁੰਨ ਦੇ ਵਿੱਚ ਬੈਠਣ ਦੇ ਇਹ ਆਪਣੇ ਵਿਚਾਰ ਬੰਦ ਕਰਨ ਦੀ ਮੈਨੂੰ ਤਲਬ ਲੱਗ ਗਈ। ਬਾਪਰੋ ਕਹਿੰਦੇ ਵਿਆਕੁਲ, ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਹਾਓ। ਇਹ ਰਾਮਨਾਮਾ ਜਿਹੜਾ ਹੈਗਾ ਇਹ ਵਾਹਿਗੁਰੂ ਅੱਲਾਹੁ ਅੱਲਾਹੁ ਹਰੀ ਓਮ, ਇਹ ਜਿਹੜਾ ਹੈਗਾ ਸਟਾਰਟਿੰਗ ਜਰਨੀ ਹੈਗੀ ਹੈ। ਇਹਦੇ ਬਾਅਦ ਚੁੱਪ ਹੋ ਜਾਣਾ ਹੈ, ਸੁੰਨ ਦੇ ਵਿੱਚ ਬੈਠਣਾ ਹੈ। ਆਪਾਂ ਨੇ ਆਪਣੇ ਜਿਹੜੇ ਹੈਗੇ ਚਿੱਤ ਦੇ ਉੱਤੇ, ਸਕਰੀਨ ਦੇ ਉੱਤੇ ਜਿਹੜਾ ਹੈਗਾ ਜੋ ਵਿਚਾਰ ਆ ਰਹੇ ਆ, ਉਹ ਮਾਇਆ ਨੇ ਵਿਚਾਰ ਭੇਜਣੇ ਆ, ਆਪਾਂ ਨੇ ਉਹਨਾਂ ਨੂੰ ਛੱਡਣਾ ਹੈਗਾ। ਦੇਖ ਲਿਆ, ਬਸ ਦੇਖ ਕੇ ਅਣਦੇਖਾ ਕਰ ਦਿਓ। ਕਟੀ ਪਤੰਗ ਆਈ ਆ, ਉਹਦੇ ਨਾਲ ਆਪਣੀ ਸੁਰਤ ਦੀ ਡੋਰੀ ਨਹੀਂ ਜੋੜਨੀ। ਬਾਰ ਅਸੀਂ ਨਵੇਂ ਆਏ ਜਿਹੜੇ ਹੈਗੇ ਉਹਨਾਂ ਦੇ ਵਾਸਤੇ ਰਿਪੀਟ ਕਰਦੇ ਹਾਂ ਚੀਜ਼ਾਂ। ਆਹੀ ਭਗਤੀ ਹੈਗੀ ਆ। ਪਰਮਾਤਮਾ ਸੁੰਨ ਹੈਗਾ। ਕਬੀਰ ਜੀ ਕਹਿੰਦੇ ਸੁੰਨ ਗੁਫਾ ਮੈਂ ਆਸਣ ਬੈਸਣ, ਕਲਪ ਵਿਵਰਜਿਤ ਪੰਥਾ।
ਕਹਿੰਦੇ ਆਸਣ ਲਗਾ, ਬੈਠ ਕਰ ਉੱਥੇ ਸੁੰਨ ਗੁਫਾ ਦੇ ਵਿੱਚ। ਕਲਪਨਾ ਵਿਵਰਜਿਤ ਹੈ, ਵਿਚਾਰ ਵਿਵਰਜਿਤ ਹੈਗੇ, ਵਿਚਾਰ ਨਹੀਂ ਲੈਣੇ। ਔਰ ਫਿਰ ਜਿਹੜਾ ਹੈਗਾ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਆ, ਕਹਿੰਦੇ ਥਿਰ ਕਰੇ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਫਿਰ ਪਹਿਲੀ ਪਾਤਸ਼ਾਹ ਕਹਿੰਦੀ ਹੈ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਨਾਨਕ ਅਕਥ ਕਹਾਣੀ। ਧੁਨ ਆਟੋਮੈਟਿਕਲੀ ਆਪਣੇ ਅੰਦਰ ਪ੍ਰਗਟ ਹੋ ਜਾਏਗੀ। ਵਿਚਾਰ ਬੰਦ ਹੋ, ਵਿਚਾਰਾਂ ਨੇ ਤਾਂ ਸਾਰਾ ਕੁਝ ਰੋਕਿਆ। ਜਦ ਇੱਕ ਫ੍ਰੀਕੁਐਂਸੀ ਦੇ ਉੱਤੇ ਜਿੱਥੇ ਜਿਹੜਾ ਹੈਗਾ, ਜਿੱਥੋਂ ਦੀ ਜਿਹੜਾ ਹੈਗਾ ਆਪਾਂ ਨੂੰ ਧੁਨ ਮਿਲਣੀ ਆ, ਉੱਥੇ ਟਿਊਨ ਹੋ ਗਿਆ। ਆਪਾਂ ਵਿਚਾਰ ਬੰਦ ਕੀਤੇ ਤੇ ਫ੍ਰੀਕੁਐਂਸੀ ਆਪਾਂ ਨੇ ਜਿਸ ਤਰ੍ਹਾਂ ਰੇਡੀਓ TV ਸਟੇਸ਼ਨ ਟਿਊਨ ਕਰਦੇ ਆ, ਇਸ ਤਰ੍ਹਾਂ ਟਿਊਨਿੰਗ ਹੋ ਜਾਂਦੀ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨੂੰ ਕਹਿੰਦੇ ਰਾਮ ਨਾਮਾ। ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ। ਕਹਿੰਦੇ ਮੈਂ ਤਾਂ ਵਿਆਕੁਲ ਹੋ ਰਿਹਾ, ਨਾਮਦੇਵ ਜੀ ਕਹਿੰਦੇ ਆ। ਇਸ ਧਿਆਨ ਸਿਮਰਨ ਮੈਨੂੰ ਤਾਂ ਤਲਬ ਲੱਗਦੀ ਹੈ, ਤਲਬ ਲੱਗਦੀ ਹੈ। ਇਹੀ ਜਿਹੀ ਤਲਬ ਲੱਗਦੀ ਜਿਵੇਂ ਗਾਂ ਨੂੰ ਬੱਚੇ ਦੀ ਔਰ ਪਾਣੀ ਮੱਛੀ ਨੂੰ ਪਾਣੀ ਦੀ। ਇਸ ਤਰ੍ਹਾਂ ਮੈਨੂੰ ਤਲਬ ਲੱਗੀ ਹੋਈ ਹੈ। ਇਸ ਤਰ੍ਹਾਂ ਤਲਬ ਲੱਗਦੀ ਹੈ ਰੋਜ਼, ਹਰ ਟਾਈਮ। ਰਹਾਓ ਜੈਸੇ ਗਾਏ ਕਾ ਬਾਛਾ ਛੁਟਲਾ। ਜਿਵੇਂ ਗਾਂ ਦਾ ਬੱਚਾ ਜਿਹੜਾ ਹੈ ਛੁੱਟ ਜਾਂਦਾ ਹੈ, ਉਹਦੀ ਰੱਸੀ, ਤੇ ਕਿਵੇਂ ਜਾ ਕੇ ਥਣਾਂ ਨੂੰ ਚਿੰਬੜ ਜਾਂਦਾ ਹੈ। ਕਹਿੰਦੇ ਥਨ ਚੋਖਤਾ ਮਾਖਣ ਘੁੱਟਲਾ। ਕਹਿੰਦੇ ਥਨ ਚੂਸਦਾ ਹੈ, ਮੱਖਣ ਖਾਂਦਾ ਹੈ। ਕਹਿੰਦੇ ਘੁੱਟਦਾ ਹੈ ਮੱਖਣ ਨੂੰ ਅੰਦਰ ਆਪਣੇ, ਫਟਾਫਟ ਦੁੱਧ ਜਿਹੜਾ ਹੈਗਾ ਫਟਾਫਟ ਲੈਂਦਾ, ਕੁਛ ਮੂੰਹ ਤੋਂ ਡੁੱਲਦਾ ਇੱਧਰ ਉੱਧਰ। ਜੈਸੇ ਗਾਏ ਕਾ ਬਾਛਾ ਛੂਟਲਾ, ਥਨ ਚੋਖਤਾ ਮਾਖਣ ਘੁੱਟਲਾ। ਇਸ ਤਰ੍ਹਾਂ ਦੀ ਕਹਿੰਦੇ ਇਸ ਤਰ੍ਹਾਂ ਮੈਨੂੰ ਹੁੰਦਾ ਨਾ, ਇਹ ਧਿਆਨ ਸਿਮਰਨ ਕਰਨ ਦੇ ਨਾਲ ਐਸਾ ਸਵਾਦ ਆਉਂਦਾ ਹੈ ਮੇਰੇ ਅੰਦਰ। ਨਾਮ ਦਿਓ ਨਾਰਾਇਣ ਪਾਇਆ, ਗੁਰ ਭੇਟਤ ਅਲਖ ਲਖਾਇਆ। ਨਾਮਦੇਵ ਜੀ ਕਹਿੰਦੇ ਆ ਕਮਾਲ ਹੀ ਹੋ ਗਈ। ਕਹਿੰਦੇ ਬਸ ਇਹਦੇ ਨਾਲ ਮੈਨੂੰ ਉਹ ਮਾਲਕ ਪਰਮਾਤਮਾ ਮੇਰੇ ਅੰਦਰ ਪ੍ਰਗਟ ਹੋ ਗਿਆ। ਉਹ ਨਾਰਾਇਣ ਦੁਨੀਆ ਨੂੰ ਬਣਾਉਣ ਵਾਲਾ, ਉਹ ਸਾਰੀ ਦੇਖੋ ਪਹਾੜ ਪਾਣੀ, ਸਾਰੇ ਕਿੰਨੀਆਂ ਗਲੈਕਸੀਆਂ, ਕਿੰਨੇ ਪਲੈਨਟ ਬਣਾਉਣ ਵਾਲਾ ਉਹ ਮਾਲਕ ਪਰਮਾਤਮਾ ਜਿਹਦਾ ਅੰਤ ਹੀ ਨਹੀਂ ਹੈਗਾ, ਉਹ ਮਾਲਕ ਪ੍ਰਗਟ ਹੋ ਗਿਆ। ਪਾਏ ਮਾਲਕ ਪ੍ਰਗਟ ਹੋ ਗਿਆ। ਨਾਮ ਦਿਓ ਨਾਰਾਇਣ ਪਾਇਆ, ਗੁਰ ਭੇਟਤ ਅਲਖ ਲਖਾਇਆ। ਕਹਿੰਦੇ ਹੋਈ ਕਾਰਵਾਈ ਕਿਵੇਂ? ਕਹਿੰਦੇ ਮੈਨੂੰ, ਮੈਂ ਪੁਕਾਰ ਕੀਤੀ ਮਾਲਕ ਦੇ ਅੱਗੇ ਵੀ ਮੈਨੂੰ ਬਾਂਹ ਦੇ ਦੇ। ਮਾਲਕ ਨੇ ਗੁਰੂ ਮਿਲਾ ਦਿੱਤਾ, ਸਤਿਗੁਰੂ ਮਿਲਾ ਦਿੱਤਾ। ਉਹਨਾਂ ਨੇ ਗਿਆਨ ਦਿੱਤਾ, ਮੈਨੂੰ ਮੱਤ ਦਿੱਤੀ, ਵਿਵੇਕ ਬੁੱਧੀ ਦੇ ਦਿੱਤੀ। ਉਹਦੇ ਨਾਲ ਉਹ ਮਾਲਕ ਪਰਮਾਤਮਾ ਜਿਹੜਾ ਨਹੀਂ ਲਿਖਿਆ ਜਾਂਦਾ ਸੀਗਾ, ਉਹ ਲਿਖਾ ਦਿੱਤਾ, ਦਿਖਾ ਦਿੱਤਾ, ਅੰਦਰ ਪ੍ਰਗਟ ਕਰ ਦਿੱਤਾ। ਗੁਰ ਭੇਟਤ ਅਲਖ ਲਖਾਇਆ। ਹੁਣ ਦੇਖੋ ਕਿੰਨੀ ਤਲਬ ਹੈਗੀ। ਕਹਿੰਦੇ ਜੈਸੇ ਵਿਖੈ ਹੇਤ ਪਰ ਨਾਰੀ। ਕਹਿੰਦੇ ਜੈਸੇ ਵਿਸ਼ਈ ਹੈਗਾ, ਕੋਈ ਕਾਮੀ ਬੰਦਾ ਹੈਗਾ, ਉਹਦੇ ਵਾਸਤੇ, ਕਾਮੀ ਬੰਦਾ ਇਸਤਰੀ ਕਹਿ ਲਓ, ਉਹਦੇ ਵਾਸਤੇ ਪਰਾਇਆ ਨਰ ਮਰਦ ਜਾਂ ਇਸਤਰੀ ਜਿਹੜੀ ਹੈਗੀ ਕਿੰਨਾ ਜ਼ਿਆਦਾ ਖਿੱਚ ਹੁੰਦੀ ਆ। ਐਸੇ ਨਾਮੇ ਪ੍ਰੀਤ ਮੁਰਾਰੀ। ਕਹਿੰਦੇ ਇਸ ਤਰੀਕੇ ਦੇ ਨਾਲ ਨਾਮਦੇਵ ਜੀ ਕਹਿੰਦੇ ਆ ਮੈਨੂੰ ਉਹ ਮਾਲਕ ਪਰਮਾਤਮਾ ਦੇ ਨਾਲ ਪ੍ਰੀਤ ਹੈਗੀ। ਜੈਸੇ ਤਾਪ ਤੇ ਨਿਰਮਲ ਕਾਮਾ। ਕਹਿੰਦੇ ਜਿਸ ਤਰੀਕੇ ਦੇ ਨਾਲ ਕੋਈ ਇਨਸਾਨ ਕਾਮ ਕਹਿੰਦੇ ਆ ਧੁੱਪ, ਨਿਰਮਲ ਕਹਿੰਦੇ ਆ ਕੋਈ ਬੱਦਲ ਬੁੱਦਲ ਨਹੀਂ ਆ, ਪੂਰੀ ਧੁੱਪ ਲੱਗ ਰਹੀ ਹੈ। ਕਹਿੰਦੇ ਤਪਦਾ ਇਨਸਾਨ। ਕਹਿੰਦੇ ਕਿਸ ਤਰ੍ਹਾਂ ਫਿਰ ਛਾਂ ਚਾਹੀਦੀ ਆ ਉਹਨੂੰ, ਜਦ ਛਾਂ ਮਿਲ ਜਾਂਦੀ ਹੈ ਤਪਦੇ ਨੂੰ। ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ। ਇਸ ਤਰੀਕੇ ਦੇ ਨਾਲ ਪਾਏ ਮੈਂ ਧਿਆਨ ਸਿਮਰਨ ਨਾ ਕਰਾਂ ਤੇ ਮੇਰੇ ਅੰਦਰ ਇੰਨੀ ਜਿਹੜਾ ਸਾੜਾ ਪੈਂਦਾ ਹੈ ਮੇਰੇ ਅੰਦਰ। ਅਗਲਾ ਨਾਮਦੇਵ ਜੀ ਦਾ ਰਾਗ ਗੋਂਡ ਬਾਣੀ। ਨਾਮਦੇਵ ਜੀਓ ਕੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਘਰ ਵਰਡ ਜਿੱਥੇ ਆਉਂਦਾ ਬਾਣੀ ਦੇ ਵਿੱਚ, ਘਰ ਦਾ ਮਤਲਬ ਹੁੰਦਾ ਵੀ ਇਹ ਕਿਸ ਤਰੀਕੇ ਦੇ ਨਾਲ ਇਹਨੂੰ ਜਿਹੜਾ ਹੈਗਾ ਆਪਾਂ ਨੇ ਇਹ ਤੋਂ ਗਿਆਨ ਲੈਣਾ ਹੈ। ਇਹ ਜਿਹੜਾ ਹੈਗੇ ਇਹ ਸ਼ਬਦ ਹੈਗੇ, ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਇਹਦੇ ਨਾਲ ਕਹਿੰਦੇ ਦੋ ਮਤਲਬ ਦੋ ਹਿੱਸੇ ਕਰਨੇ ਆ। ਵਿਚਾਲੇ ਇੱਕ ਵਿਸ਼ਰਾਮ ਲੈਣਾ ਹੈ। ਇੱਕ ਲਾਈਨ ਦੇ ਵਿੱਚ ਇੱਕ ਵਿਸ਼ਰਾਮ ਲਓ, ਦੋ ਘਰ ਬਣ ਜਾਣਗੇ, ਦੋ ਖਾਨੇ ਬਣ ਜਾਣਗੇ। ਜਿੱਥੇ ਘਰ ਇੱਕ ਹੈਗਾ ਉਹਨੂੰ ਪੂਰੀ ਲਾਈਨ ਨੂੰ ਇਕੱਠੀ ਦਾ ਵਿਚਾਰ ਕਰੋ। ਇੱਥੇ ਕਹਿੰਦੇ ਦੋ ਪਾਰਟਸ ਦੇ ਵਿੱਚ ਵਿਚਾਰ ਕਰਨਾ ਹੈ। ਰਾਗ ਗੋਂਡ ਬਾਣੀ ਨਾਮਦੇਵ ਜੀਓ ਕੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ।
ਹਰ ਹਰ ਕਰਤ ਮਿਟੇ ਸਭ ਭਰਮਾਂ। ਬਸ ਦੇਖ ਲਓ, ਉਹ ਸ਼ੁਰੂ ਹੋ ਗਏ ਤੇ ਕਹਿੰਦੇ ਸਾਰੇ ਤੇ ਸਾਰੇ ਭਰਮ ਕੀ ਹੈਗੇ? ਭਰਮ ਜਿਹੜਾ ਹੈਗਾ, ਆਪਾਂ ਨੇ ਆਪਣੇ ਆਪ ਨੂੰ, ਸਰੀਰ ਨੂੰ, ਆਪਣੇ ਆਪ ਨੂੰ ਸਰੀਰ ਸਮਝਿਆ, ਔਰ ਦੁਨੀਆ ਦੇ ਵਿੱਚ ਜੋ ਆਪਣਾ ਪਰਿਵਾਰ ਹੈ ਸਾਰਿਆਂ ਨੂੰ ਸਮਝਿਆ ਕਿ ਇਹ ਤਾਂ ਮੇਰਾ ਪਰਮਾਨੈਂਟ ਹੈਗਾ, ਹਮੇਸ਼ਾ ਰਹਿਣ ਵਾਲਾ, ਇਸ ਤਰ੍ਹਾਂ ਹੀ ਮੈਂ ਹਮੇਸ਼ਾ ਰਹਿਣਾ ਹੈ। ਆ ਜੋ ਮੇਰੇ ਕੋਲ ਜਿਹੜਾ ਹੈ, ਮੇਰਾ ਜੋ ਮੈਂ ਪਦਾਰਥ ਭੋਗ ਰਿਹਾ, ਇਸੇ ਤਰੀਕੇ ਦੇ ਨਾਲ ਮੈਂ ਚੱਲੀ ਜਾਣਾ ਹੈ, ਮੈਂ ਤਾਂ ਮਰਨਾ ਹੀ ਨਹੀਂ ਹੈਗਾ ਕਦੀ। ਆਹ ਭੁਲੇਖਾ ਜਿਹੜਾ ਹੈਗਾ, ਇਹ ਭਰਮ ਮਿਟ ਗਿਆ। ਧਿਆਨ ਸਿਮਰਨ ਕਰਨ ਦੇ ਨਾਲ, ਬੰਦਗੀ ਕਰਨ ਦੇ ਨਾਲ, ਸੁਣ ਦੇ ਵਿੱਚ ਬੈਠਣ ਦੇ ਨਾਲ ਆਹ ਕਾਰਵਾਈ ਹੋ ਗਈ। ਆਹ ਜਿਹੜੀ ਬਾਈ ਪ੍ਰੋਡਕਟ ਆ ਗਿਆ, ਹਰ ਹਰ ਕਰਤ ਮਿਟੇ ਭੈ ਸਭੇ ਭਰਮਾਂ। ਸਾਰੇ ਦੇ ਸਾਰੇ ਭਰਮ ਮਿਟ ਗਏ ਭਾਈ। ਸੱਚਾਈ ਪਤਾ ਲੱਗ ਗਈ ਵੀ ਮੈਂ ਤਾਂ ਥੋੜ੍ਹੇ ਸਮੇਂ ਵਾਸਤੇ ਆ ਭਾਈ, ਆਹ ਸਵਾਸ ਗਿਆ, ਇਹ ਵਾਪਸ ਨਹੀਂ ਆਏਗਾ। ਔਰ 24 ਘੰਟੇ ਬਾਅਦ ਜਿਹੜਾ ਰਿਪੀਟ ਹੁੰਦਾ ਹੈ, 24 ਘੰਟੇ ਬਾਅਦ ਮਾਲਕ ਜਿਹੜਾ ਹੈਗਾ, ਆਪਾਂ ਆਤਮਾ ਦੇ ਵਿੱਚ ਜਾਂਦੇ ਹਾਂ ਭਾਈ। ਰਾਤ ਨੂੰ ਸੌਣ ਵੇਲੇ ਕਿੱਥੇ ਚਲੇ ਜਾਂਦੇ ਹਾਂ ਆਪਾਂ ਸਰੀਰ ਦੇ ਵਿੱਚ। ਸਰੀਰ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ, ਨਾ ਸਾਰਾ ਸੰਸਾਰ, ਸਾਰਾ ਜਿੱਥੇ ਵੀ ਗਤੀ ਕਰ ਰਹੇ, ਸਾਰਾ ਆਪਾਂ ਉਸ ਤੋਂ ਪਾਸੇ ਹੋ ਗਏ। ਆਪਾਂ ਆਤਮਾ ਤੱਕ ਚਲੇ ਜਾਂਦੇ ਹਾਂ, ਸੌਂ ਕੇ ਜਾਂਦੇ ਹਾਂ, ਜਾਗਦੇ ਹੋਏ ਜਾਣਾ ਹੈ ਭਾਈ। ਔਰ ਸਵੇਰੇ ਉੱਠਦੇ ਹਾਂ। ਆਹੀ 2 ਟਾਈਮ ਆਪਾਂ ਭਗਤੀ ਦੇ, ਇਹਨਾਂ ਨੂੰ ਸਾਂਭ ਲਓ, ਬਾਕੀ ਸਾਰਾ ਦਿਨ ਜਿਹੜਾ ਹੈਗਾ ਚਾਬੀ ਲੱਗੀ ਰਹੇਗੀ। ਆਹੀ ਕਾਰਵਾਈ ਕਰਨੀ ਹੈ, ਇਹਦੇ ਨਾਲ ਭਰਮ ਮਿਟ ਜਾਂਦਾ ਹੈ। ਹਰ ਹਰ ਕਰਤ ਮਿਟੇ ਸਭੇ ਭਰਮਾਂ, ਹਰ ਕੋ ਨਾਮ ਲੈ ਉਤਮ ਧਰਮਾਂ। ਕਹਿੰਦੇ ਆਹ ਕਾਰਵਾਈ ਕਰ ਪਿਆਰਿਆ। ਕਿੱਥੇ ਫਸਿਆ ਪਿਆ ਕਰਮ ਕਾਂਡਾਂ ਦੇ ਵਿੱਚ, ਕਿੱਥੇ ਤੀਰਥਾਂ 'ਤੇ ਨਹਾਉਂਦਾ ਫਿਰਦਾ ਹੈ, ਕੀ ਕੁਛ ਗਿਆਨ ਲਈ ਜਾਂਦਾ ਹੈ, ਕੀ ਇੱਧਰੋਂ ਉੱਧਰੋਂ ਨੈੱਟ ਤੋਂ ਚੱਕ ਕੇ ਉੱਧਰ ਪਾ ਲਓ, ਉੱਧਰੋਂ ਚੱਕ ਕੇ ਉੱਧਰ ਸੁੱਟ ਦਿਓ। ਇਹਦੇ ਨਾਲ ਤੇਰਾ ਕੀ ਹੋਣਾ ਹੈ ਭਾਈ? ਆਹ ਕਾਰਵਾਈ, ਐਕਸ਼ਨ, ਆਹ ਕੰਮ ਕਰ ਪਿਆਰਿਆ। ਆਹ ਕੰਮ ਕਰਨ ਵਾਲਾ ਜਿਹੜਾ ਹੈਗਾ, ਇਹ ਕੰਮ ਕਰ। ਹਰ ਹਰ ਕਰਤ ਮਿਟੇ ਸਭ ਭਰਮਾਂ, ਹਰ ਕੋ ਨਾਮ ਲੈ ਉਤਮ ਧਰਮਾਂ। ਸਭ ਤੋਂ ਉੱਤਮ ਧਰਮ ਆ ਪਿਆਰਿਆ, ਤੇਰਾ ਮਕਸਦ ਹੈਗਾ, ਤੇਰੇ ਜੀਵਨ ਦਾ ਮਨੋਰਥ ਹੈਗਾ। ਤੂੰ ਕਾਹਦੇ ਵਾਸਤੇ ਆਇਆ ਹੈ? ਇਸ ਵਾਸਤੇ ਆਇਆ ਹੈ ਪਿਆਰਿਆ, ਇਸ ਵਾਸਤੇ ਆਇਆ। ਹਰ ਹਰ ਕਰਤ ਜਾਤ ਕੁਲ ਹਰੀ। ਹਰੀ ਦਾ ਮਤਲਬ ਪਰਮਾਤਮਾ ਨਹੀਂ ਹੈ ਭਾਈ। ਹਰੀ ਦਾ ਮਤਲਬ ਹਰ ਲਈ। ਜਾਤ ਕੁਲ ਕਹਿੰਦੇ ਬਸ ਸਰੀਰ, ਪ੍ਰਕਿਰਤੀ। ਜਾਤ ਕੀ ਹੈ? ਪ੍ਰਕਿਰਤੀ ਦੇ ਵਿੱਚ ਆਪਾਂ ਇਨਸਾਨ ਆ, ਮਨੁੱਖ ਹੈਗੇ ਆ। ਕਹਿੰਦੇ ਬਸ ਇਹ ਸਰੀਰ ਜਿਹੜਾ ਹੈਗਾ, ਇਸ ਤੋਂ ਉੱਪਰ ਉੱਠ ਗਿਆ। ਇਹ ਧਿਆਨ ਸਿਮਰਨ ਦੇ ਨਾਲ ਸਰੀਰ ਤੋਂ ਉੱਪਰ ਉੱਠ ਜਾਂਦਾ ਇਨਸਾਨ। ਤਰਦਾ ਹੈ, ਡੁੱਬਦਾ ਨਹੀਂ ਹੈ ਇਸ ਵਾਦਾਂ ਦੇ ਵਿੱਚ, ਸੰਸਾਰ ਦੇ ਵਿੱਚ। ਹਰ ਹਰ ਕਰਤ ਜਾਤ ਕੁਲ ਹਰੀ, ਸੋ ਹਰ ਅੰਧਲੇ ਕੀ ਲਾਖਰੀ। ਉਹ ਕਹਿੰਦੇ ਆਹੀ ਧਿਆਨ ਸਿਮਰਨ ਮੇਰੀ ਤਾਂ ਅੰਨੇ ਦੀ ਸੋਟੀ ਆ ਪਾਏ। ਮੈਂ ਤਾਂ ਅੰਨਾ ਸੀਗਾ, ਆਹ ਸੋਟੀ ਮਿਲ ਗਈ। ਮੇਰੇ ਗੁਰੂ ਨੇ ਮਾਲਕ ਦੇ ਅੱਗੇ ਪੁਕਾਰ ਕੀਤੀ, ਉਹਨੇ ਆਹ ਧਿਆਨ ਦੀ ਸੋਟੀ ਦੇ ਦਿੱਤੀ ਮੈਨੂੰ ਪਾਏ। ਇਹਦੇ ਨਾਲ ਮੇਰੀ ਜਿਹੜੀ ਹੈਗੀ ਆ ਜਾਤ, ਜਿਹੜੀ ਹੈ ਉੱਚੀ ਨੀਵੀਂ ਜਾਤ ਜਿਹੜੀ ਹੈ, ਆਪਾਂ ਜਾਂ ਕੁੱਲ ਜਿਹੜਾ ਹੈਗਾ ਭਾਈ, ਆ ਜਿਹੜਾ ਹੈਗਾ, ਇਹ ਜਿਹੜਾ ਹੈਗਾ ਸ਼ੁਕਲ ਕਹਿੰਦੇ ਆ। ਇੱਕ ਜਿਹੜੇ ਹੈਗੇ ਕ੍ਰਿਸ਼ਨ ਕੁੱਲ ਹੁੰਦਾ, ਇੱਕ ਦੂਸਰਾ ਜਿਹੜਾ ਰਾਮ ਕੁੱਲ ਹੁੰਦਾ। ਪਤਾ ਨਹੀਂ ਕਹਿੰਦੇ ਸਾਰੇ ਜਿਹੜੇ ਹੈਗੇ ਖਾਨਦਾਨ ਕਿਹੇ ਜਿਹੇ, ਸਾਰੇ ਦੇ ਸਾਰੇ ਖਤਮ ਹੋ ਗਏ ਭਾਈ ਮੇਰੇ। ਹਰ ਹਰ ਕਰਤ ਜਾਤ ਕੁਲ ਹਰੀ, ਸੋ ਹਰ ਅੰਧਲੇ ਕੀ ਲਾਕਰੀ। ਹਰੇ ਨਮਸਤੇ ਹਰੇ ਨਮः। ਬਸ ਧਿਆਨ ਸਿਮਰਨ, ਮਾਲਕ ਨੂੰ ਨਮਸਤੇ ਆ, ਮਾਲਕ ਦੇ ਅੱਗੇ ਨਤਮਸਤਕ ਹੈਗਾ ਭਾਈ। ਹਰ ਹਰ ਕਰਤ ਨਹੀਂ ਦੁੱਖ ਜਮੈ ਰਹਾਓ। ਬਸ ਇਹਦੇ ਨਾਲ ਕਹਿੰਦੇ ਜਿਹੜਾ ਵੀ ਇਹ ਧਿਆਨ ਸਿਮਰਨ ਕਰ ਰਿਹਾ, ਜਮਾਂ ਦਾ ਦੁੱਖ ਨਹੀਂ ਹੋਏਗਾ ਉਹਨੂੰ ਪਾਏ। ਜਨਮ ਮਰਨ ਦਾ ਦੁੱਖ ਨਹੀਂ ਹੋਏਗਾ, ਉਹਦਾ ਲੇਖਾ ਖਤਮ ਹੋ ਜਾਏਗਾ। ਹਰ ਹਰ ਨਾਕਸ਼ ਹਰੇ ਪ੍ਰਾਣ। ਉਹ ਮਾਲਕ ਪਰਮਾਤਮਾ ਨੇ, ਦੇਖ ਲਓ, ਉਹ ਆਪਣੇ ਜਿਹੜੇ ਹੈਗੇ ਆ, ਇਹ ਪ੍ਰਹਲਾਦ ਦੇ ਜਿਹੜੇ ਹੈਗੇ ਪਿਓ ਜਿਹੜਾ ਉਹਨੂੰ ਪਿਓ ਹੀ ਮਾਰਨ ਨੂੰ ਫਿਰ ਰਿਹਾ ਸੀਗਾ। ਦੇਖ ਲਓ, ਫਿਰ ਉਸ ਸਿਚੁਏਸ਼ਨ ਦੇ ਵਿੱਚ ਜਿਹੜਾ ਹੈਗਾ, ਦੇਖੋ ਇੱਕ ਬੱਚਾ ਜਿਹੜਾ ਹੈਗਾ, ਉਹਨੇ ਜਿਹੜਾ ਹੈ ਈਨ ਨਹੀਂ ਮੰਨੀ। ਉਹ ਮਾਲਕ 'ਤੇ ਇੰਨਾ ਵਿਸ਼ਵਾਸ ਸੀਗਾ ਉਹਨੂੰ। ਔਰ ਮਾਲਕ ਨੇ ਦੇਖੋ ਹਰਨਾਕਸ਼ ਨੂੰ ਮਾਰਤਾ, ਥੰਮ 'ਚੋਂ ਪ੍ਰਗਟ ਹੋ ਗਏ। ਹਰ ਹਰ ਨਾਕਸ਼ ਹਰੇ ਪ੍ਰਾਣ, ਅਜੈ ਮਲ ਕੀਓ ਬੈਕੁੰਠੈ ਥਾਨ। ਅਜਾ ਮਲ ਜਿਹੜਾ ਹੈਗਾ, ਉਹ ਜਿਹੜਾ ਵੇਸ਼ਿਆ ਗਮਨ ਕਰਦਾ ਸੀਗਾ, ਉਹਨੂੰ ਜਿਹੜਾ ਹੈਗਾ ਬੈਕੁੰਠ ਦੇ ਵਿੱਚ ਜਗ੍ਹਾ ਮਿਲ ਗਈ ਭਾਈ। ਕਿਉਂਕਿ ਉਹਨੇ ਵੀ ਨਾਰਾਇਣ ਜਿਹੜਾ ਪੁੱਤ ਜੰਮਿਆ ਉਹਦਾ, ਉਹ ਨਾਰਾਇਣ ਕਰਦੇ ਮਾਲਕ ਨੂੰ ਯਾਦ ਕਰਨ ਲੱਗ ਪਿਆ। ਸੂਆ ਪੜਾਵਤ ਗਨਕਾ ਤਰੀ।
ਉਹ ਗਨਕਾ ਜਿਹੜੀ ਵੈਸ਼ਿਆ ਸੀਗੀ, ਇੱਕ ਕੋਈ ਰਿਸ਼ੀ ਜਿਹੜੇ ਹੈਗੇ ਉਹਨੂੰ ਤੋਤਾ ਦੇ ਗਏ। ਉਹ ਤੋਤਾ ਰਿਸ਼ੀਆਂ ਦੇ ਉਹਨਾਂ ਦੀ ਸੰਗਤ ਕੀਤੀ ਸੀ, ਉਹਦੇ ਰਾਮ ਰਾਮ ਬੋਲਦਾ ਸੀਗਾ, ਅਤੇ ਉਹ ਵੀ ਜਿਹੜੀ ਹੈਗੀ ਸੂਏ ਨੂੰ ਰਾਮ ਰਾਮ, ਤੋਤੇ ਨੂੰ ਮਿੱਠੂ ਨੂੰ ਕਹਿੰਦੀ ਉਹ ਜਿਹੜੀ ਹੈਗੀ ਆਪ ਹੀ ਰਾਮ ਰਾਮ ਕਰਨ ਲੱਗ ਪਈ ਔਰ ਤਰ ਗਈ। ਪਰ ਤੋਤਾ ਨਹੀਂ ਤਰਿਆ ਪਾਏ, ਗਨਕਾ ਤਰੀ ਹੈ। ਕਿਉਂ ਤੋਤਾ ਕਿਉਂ ਨਹੀਂ ਤਰਿਆ? ਕਿਉਂਕਿ ਤੋਤੇ ਦੇ ਅੰਦਰ ਜਿਹੜੀ ਹੈਗੀ ਆ ਉਹ ਚੌਥਾ ਡਾਇਮੈਂਸ਼ਨ, ਸਪਿਰਿਚੁਅਲ ਡਾਇਮੈਂਸ਼ਨ ਹੈ ਨਹੀਂ ਗਾ ਤੋਤੇ ਦੇ ਅੰਦਰ। ਤੋਤੇ ਨੂੰ ਆਪਣੇ ਵਿਚਾਰ ਬੰਦ ਕਰਨੇ ਨਹੀਂ ਆਉਂਦੇ, ਤੋਤੇ ਨੂੰ ਭਗਤੀ ਨਹੀਂ ਆਉਂਦੀ। ਸੋ ਹਰ ਨੈਨੋ ਕੀ ਪੂਤਰੀ, ਕਹਿੰਦੇ ਉਹੀ ਪਰਮਾਤਮਾ, ਆਹੀ ਧਿਆਨ ਸਿਮਰਨ ਮੇਰੀਆਂ ਅੱਖਾਂ ਦੀ ਪੁਤਲੀ ਹੈਗਾ ਭਾਈ। ਇੰਨਾ ਮੇਰੇ ਵਾਸਤੇ ਜਿਹੜਾ ਹੈਗਾ, ਇੰਨਾ ਮੇਰੇ ਵਾਸਤੇ ਜ਼ਰੂਰੀ ਹੈਗਾ। ਹਰ ਹਰ ਕਰਤ ਪੂਤਨਾ ਤਰੀ, ਉਹ ਪੂਤਨਾ ਜਿਹੜੀ ਸੀਗੀ, ਦਾਈ ਸੀਗੀ ਜਿਹੜੀ ਹੈਗੀ, ਕ੍ਰਿਸ਼ਨ ਜੀ ਨੂੰ ਮਾਰਨਾ ਚਾਹੁੰਦੀ ਸੀਗੀ। ਉਹ ਆਪਣੇ ਥਣਾਂ ਦੇ ਉੱਤੇ ਜਿਹੜਾ ਹੈਗਾ ਉਹਨੇ ਜ਼ਹਿਰ ਲਗਾ ਦਿੱਤੀ, ਅਤੇ ਕ੍ਰਿਸ਼ਨ ਜੀ ਨੇ ਜਿਹੜਾ ਹੈਗਾ ਉਹ ਦੁੱਧ ਚੁੰਘਦੇ ਹੋਏ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਉਹਦੇ ਪ੍ਰਾਣ ਹੀ ਖਿੱਚ ਲਏ, ਉਹਨੂੰ ਜਿਹੜਾ ਹੈਗਾ ਮੁਕਤ ਕਰ ਦਿੱਤਾ। ਹਰ ਹਰ ਕਰਤ ਪੂਤਨਾ ਤਰੀ, ਬਾਲ ਘਾਤਨੀ ਕਪਟੇ ਭਰੀ, ਕਹਿੰਦੇ ਬਾਲ ਘਾਤਨੀ ਸੀਗੀ ਅਤੇ ਕਪਟ ਦੇ ਨਾਲ ਭਰੀ ਸੀ, ਛਲ ਸੀਗਾ। ਪਰ ਉਹਦਾ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਉਹ ਦੂਸਰਾ ਜਿਹੜਾ ਕੰਸ ਸੀਗਾ ਉਹਨੇ ਭੇਜਿਆ ਸੀਗਾ ਭਾਈ। ਇਸ ਕਰਕੇ ਜਿਹੜਾ ਹੈਗਾ ਉਹਨੂੰ ਧਾਰ ਦਿੱਤਾ। ਸਿਮਰਨ ਦ੍ਰੋਪਦ ਸੁਤ ਉਦਰੀ, ਦ੍ਰੋਪਦੀ ਜਿਹੜੀ ਸੀ, ਦ੍ਰੋਪਦ ਦੀ ਜਿਹੜੀ ਬੇਟੀ ਸੀਗੀ ਰਾਜੇ ਦੀ, ਕਹਿੰਦੇ ਉਹ ਵੀ ਉਧਰ ਗਈ ਭਾਈ। ਸਿਮਰਨ ਕਰਕੇ ਕਹਿੰਦੇ ਕ੍ਰਿਸ਼ਨ ਜੀ ਨੇ ਉਹਦੀ ਲਾਜ ਰੱਖ ਲਈ। ਇੱਥੇ ਤਾਂ ਬਾਣੀ ਤਾਂ ਕਹਿੰਦੀ ਹੈ ਕਿ ਸਿਮਰਨ ਦ੍ਰੋਪਦ ਸੁਤ ਉਦਰੀ, ਉਹਨੇ ਮਾਲਕ ਨੂੰ ਯਾਦ ਕੀਤਾ ਤਾਂ ਉਧਰ ਗਈ। ਗੌਤਮ ਸਤੀ ਸਿਲਾ ਨਿਸਤਰੀ, ਗੌਤਮ ਦੀ ਇਸਤਰੀ ਜਿਹੜੀ ਹੈਗੀ ਆ ਉਹ ਜਿਹੜੀ ਉਹਨੂੰ ਸ਼ਰਾਪ ਲੱਗ ਗਿਆ ਸੀਗਾ, ਪੱਥਰ ਦੀ ਜੂਨ 'ਚ ਆ ਗਈ ਸੀਗੀ, ਕਿ ਉਹ ਵੀ ਪਾਰ ਉਤਾਰਾ ਹੋ ਗਿਆ ਉਹਦਾ। ਕੇਸੀ ਕੰਸ ਮਥਨ ਜਿਨ ਕੀਆ, ਕੇਸੀ ਜਿਹੜਾ ਸੀਗਾ ਇਹ ਵੀ ਰਾਕਸ਼ਸ ਬ੍ਰਿਤੀ ਦਾ ਬੰਦਾ ਸੀਗਾ। ਅਤੇ ਕੰਸ ਜਿਹੜਾ ਸੀਗਾ, ਕੰਸ ਇਹਨੂੰ ਜਿਹੜਾ ਹੈਗਾ ਦੋਨਾਂ ਨੂੰ ਜਿਹੜਾ ਹੈਗਾ ਸ਼੍ਰੀ ਕ੍ਰਿਸ਼ਨ ਜੀ ਨੇ ਇਹਨਾਂ ਦਾ ਵੱਧ ਕਰ ਦਿੱਤਾ ਸੀ, ਮਥਨ ਕਰ ਦਿੱਤਾ ਸੀਗਾ। ਜੀ ਦਾਨ ਕਾਲੀ ਕੋ ਦਿਆ, ਇੱਕ ਕਾਲੀ ਜਿਹੜਾ ਹੈਗਾ ਸ਼ੇਸ਼ਨਾਗ ਜਿਹੜਾ ਹੈਗਾ ਯਮੁਨਾ ਦੇ ਵਿੱਚ, ਉਹਨੂੰ ਵੀ ਉਹਨਾਂ ਨੇ ਸ਼੍ਰੀ ਕ੍ਰਿਸ਼ਨ ਜੀ ਨੇ ਜੀ ਦਾਨ ਦਿੱਤਾ। ਪੜ੍ਹਵੇਂ ਨਾਮਾ ਐਸੋ ਹਰੀ, ਜਾਸ ਜਪਤ ਪੈ ਆਪਦਾ ਟਰੀ, ਨਾਮਦੇਵ ਜੀ ਕਹਿ ਰਹੇ ਭਾਈ ਇਸ ਤਰ੍ਹਾਂ ਹੈਗਾ ਉਹ ਮਾਲਕ ਪਰਮਾਤਮਾ, ਜਿਹਦਾ ਧਿਆਨ ਸਿਮਰਨ ਕਰਨ ਦੇ ਨਾਲ ਇਹ ਭੈ ਅਤੇ ਮੁਸੀਬਤ ਸਾਰੀ ਦੀ ਸਾਰੀ ਜਿਹੜੀ ਹੈਗੀ ਇਹ ਸੰਸਾਰ ਸਮੁੰਦਰ ਤੋਂ ਇਨਸਾਨ ਸੁਖੈਨੀ ਪਾਰ ਚਲੇ ਜਾਂਦਾ ਹੈ। ਇਹ ਭੈ ਆਪਦਾ ਜਿਹੜੀ ਹੈ ਜੂਨਾਂ ਜਿਹੜੀਆਂ ਹੈਗੀਆਂ, ਇਹ ਮਾਲਕ ਦੀ ਖੇਡ ਜਿਹੜੀ ਹੈ ਸੁਖੈਨੀ ਜਿੱਤੀ ਜਾਂਦੀ ਹੈ। ਗੋਂਡ, ਅਗਲਾ ਸ਼ਬਦ ਨਾਮਦੇਵ ਜੀ ਦਾ ਆਇਆ, ਪੈਰੋ ਭੂਤ ਸੀਤਲਾ ਧਾਵੈ, ਖਰ ਬਾਹਨ ਛਾਰ ਉਡਾਵੈ। ਇੱਥੇ ਦੇਖੋ ਆਪਾਂ ਨੂੰ ਜਿਹੜੇ ਹੈਗੇ ਇਹ ਸਾਰੇ ਦੇ ਸਾਰੇ ਜਿਹੜੇ ਆਪਾਂ ਪਰਮਾਤਮਾ ਨੂੰ ਛੱਡ ਕੇ ਜਿਹੜੇ ਦੇਵੀ ਦੇਵਤੇ ਜਾਂ ਹੋਰ ਜਿਹੜੇ ਹੈਗੇ ਜਿਨ੍ਹਾਂ ਦੀ ਵੀ ਆਪਾਂ ਪੂਜਾ ਕਰਦੇ ਹਾਂ, ਜਿਨ੍ਹਾਂ ਨੂੰ ਧਿਆਉਂਦੇ ਹਾਂ, ਜਿਨ੍ਹਾਂ ਦਾ ਧਿਆਨ ਕਰਦੇ ਹਾਂ ਭਾਈ, ਉਹਦੇ ਵਾਸਤੇ ਆਪਾਂ ਨੂੰ ਨਾਮਦੇਵ ਜੀ ਜਿਹੜੇ ਹੈਗੇ ਗਿਆਨ ਦੇ ਰਹੇ ਭਾਈ। ਕਈ ਭੈਰੋ ਦੀ ਪੂਜਾ ਕਰਦੇ ਆ। ਭੈਰੋ ਜਿਹੜਾ ਹੈਗਾ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਜਿਹੜਾ ਹੈਗਾ ਇਹ ਭੈਰੋ ਜਿਹੜਾ ਹੈਗਾ ਇਹ ਕਹਿੰਦੇ ਭੈਰੋ ਭੂਤ ਪ੍ਰਗਟ ਹੋ ਜਾਂਦੇ ਆ, ਕਹਿੰਦੇ ਉਹ ਭੂਤ ਪ੍ਰਗਟ ਹੋ ਜਾਂਦੇ ਉਹਨਾਂ ਦੇ ਕੋਲ। ਭੈਰੋ ਭੂਤ ਸੀਤਲਾ ਧਾਵੈ, ਕਈ ਸੀਤਲਾ ਮਾਤਾ ਦੀ ਜਿਹੜੀ ਹੈਗੀ ਆ ਉਹਦਾ ਧਿਆਨ ਕਰਦੇ ਆ ਭਾਈ, ਉਹਦੀ ਭਗਤੀ ਕਰਦੇ ਆ। ਭੈਰੋ ਜਿਹੜਾ ਹੈਗਾ ਇਹਦੀ ਸਵਾਰੀ ਜਿਹੜੀ ਹੈਗੀ, ਇਹਦੀ ਸਵਾਰੀ ਕਾਲੇ ਕੁੱਤੇ ਦੀ ਹੈਗੀ ਆ, ਕਾਲੇ ਕੁੱਤੇ ਦੀ ਸਵਾਰੀ ਹੈ ਭੈਰੋ ਦੀ। ਔਰ ਸੀਤਲਾ ਦੀ ਜਿਹੜੀ ਹੈਗੀ ਖਰ ਜਿਹੜਾ ਖੋਤਾ ਹੈਗਾ। ਭੈਰੋ ਭੂਤ ਸੀਤਲਾ ਧਾਵੈ, ਖਰ ਬਾਹਨ ਛਾਰ ਉਡਾਵੈ। ਕਹਿੰਦੇ ਪਰ ਫਿਰ ਕਹਿੰਦੇ ਤੈਨੂੰ ਵੀ ਖੋਤੇ ਦੀ ਸਵਾਰੀ ਮਿਲ ਜੂਗੀ ਭਾਈ, ਅਤੇ ਤੂੰ ਵੀ ਛਾਰ ਉਡਾ ਲਈ, ਜਿਵੇਂ ਜਿਹੜੀ ਹੈ ਸੀਤਲਾ ਜਿਹੜੀ ਹੈ ਛਾਰ ਉਡਾ ਰਹੀ ਹੈ। ਨਾਮਦੇਵ ਜੀ ਕਹਿੰਦੇ ਨਾ ਬਈ ਨਾ, ਮੈਂ ਨਹੀਂ ਕਿਸੇ ਦੀ ਇਹਦੀ ਦੇਵੀ ਦੇਵਤਿਆਂ ਦੀ ਭਗਤੀ ਮੈਂ ਨਹੀਂ ਕਰਨੀ। ਹਾਂ ਤੋ ਏਕ ਰਮਈਆ ਲੈ ਹੋਂ,
ਕਹਿੰਦੇ ਮੈਂ ਤਾਂ ਰਾਮ ਦੀ ਰਮਿਆ ਹੋਇਆ ਜਿਹੜਾ ਰਾਮ ਆ ਉਹ ਮਾਲਕ ਪਰਮਾਤਮਾ, ਕਹਿੰਦੇ ਮੈਨੂੰ ਤਾਂ ਉਹ ਚਾਹੀਦਾ ਹੈ ਭਾਈ, ਜਿਹੜਾ ਮੇਰੇ ਅੰਦਰ ਬਾਹਰ ਹਰ ਜਗ੍ਹਾ 'ਤੇ ਹੈਗਾ, ਮੈਂ ਤਾਂ ਉਹ ਲਊਂਗਾ। ਆਨ ਦੇਵ ਬਦਲਾਵਨ ਦੇਹੋਂ, ਕਹਿੰਦੇ ਪਹਿਲਾਂ ਮੈਂ ਇੱਧਰ ਉੱਧਰ ਦੀ ਭਗਤੀ ਕੀਤੀ, ਮੈਂ ਸਾਰਾ ਡਰਾਪ ਕਰਤਾ, ਸਾਰੇ ਬਦਲਾਲੇ ਛੱਡ ਦਿੱਤੇ ਭਾਈ, ਉਹਦੇ ਬਦਲੇ 'ਚ ਮੈਂ ਤਾਂ ਰਾਮ ਦੀ ਭਗਤੀ ਕਰੂੰਗਾ, ਰਮਈਏ ਦੀ, ਮਾਲਕ ਪਰਮਾਤਮਾ ਦੀ ਭਗਤੀ ਕਰੂੰਗਾ। ਰਹਾਓ ਸ਼ਿਵ ਸ਼ਿਵ ਕਰਦੇ ਜੋ ਨਰ ਧਿਆਵੈ, ਹੁਣ ਜਿਹੜੇ ਸ਼ਿਵ ਜੀ ਦੀ ਭਗਤੀ ਕਰਦੇ ਆ, ਉਹਨਾਂ ਦਾ ਧਿਆਨ ਕਰਦੇ ਆ, ਬਥੇਰੇ ਹੈਗੇ ਦੇਖੋ ਸ਼ਿਵ ਜੀ ਦੇ ਭਗਤ। ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਚੜੇ ਡਵਰੂ ਡਮਕਾਵੈ, ਕਹਿੰਦੇ ਸ਼ਿਵ ਜੀ ਦੀ ਸਵਾਰੀ ਬੈਲ ਦੀ ਹੈਗੀ ਭਾਈ, ਉਹ ਡਮਰੂ ਵਜਾਉਂਦੇ ਆ ਭਾਈ, ਡਮਰੂ ਉਹਨਾਂ ਦੇ ਹੱਥ 'ਚ ਹੁੰਦਾ ਹੈ, ਕਹਿੰਦੇ ਤੁਸੀਂ ਵੀ ਜਿਹੜਾ ਬੈਲ ਦੀ ਸਵਾਰੀ ਹੋ ਜੂਗੀ, ਡਮਰੂ ਤੁਸੀਂ ਵੀ ਵਜਾ ਲਓਗੇ। ਮਹਾਮਾਈ ਕੀ ਪੂਜਾ ਕਰੈ, ਨਰ ਸੈ ਨਾਰ ਹੋਏ ਉਤਰੈ, ਮਹਾਮਾਈ ਜਿਹੜੀ ਹੈਗੀ ਆ, ਇਹ ਪਾਰਵਤੀ ਜਿਹੜੀ ਹੈ ਮਾਇਆ, ਇਹਦੀ ਪੂਜਾ ਕਰਦੇ ਆ, ਕਹਿੰਦੇ ਨਰ ਸੈ ਨਾਰ ਹੋਇਆ ਉਤਰੇ, ਕਹਿੰਦੇ ਇਨਸਾਨ ਤੋਂ ਔਰਤ ਦੇ ਜਾਮੇ 'ਚ ਚਲੇ ਜਾਓਗੇ ਭਾਈ। ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ, ਇੱਕ ਆ ਜਿਹੜੀ ਦੁਰਗਾ ਦੀ ਪੂਜਾ ਕਰਦੇ ਆ ਬੰਗਾਲ ਦੇ ਵਿੱਚ, ਉਹ ਦੁਰਗਾ ਦੇ ਬਾਰੇ ਜਿਹੜਾ ਹੈਗਾ ਇੱਕ ਉਹ ਪੀਪਾ ਜੀ ਜਿਹੜੇ ਭਗਤ ਸੀਗੇ, ਉਹਨਾਂ ਦੇ ਬਾਰੇ ਸਾਖੀ ਹੈਗੀ ਕਿ ਬਈ ਪ੍ਰਗਟ ਹੋ ਗਈ ਦੁਰਗਾ, ਅਤੇ ਕਹਿੰਦੇ ਭਾਈ ਮੁਕਤੀ ਦੇ ਮੈਨੂੰ, ਕਹਿੰਦੀ ਭਾਈ ਕਹਿੰਦੀ ਇਹ ਚੀਜ਼ ਮੇਰੇ ਕੋਲ ਹੈ ਨਹੀਂ ਗੀ ਭਾਈ, ਮੁਕਤੀ ਨਹੀਂ ਹੈ ਮੇਰੇ ਕੋਲ, ਹੋਰ ਤੂੰ ਦੁਨੀਆ ਦੇ ਪਦਾਰਥ ਪਰੂਤ ਜੋ ਚਾਹੀਦਾ ਮੰਗ ਲਾ, ਇਹ ਮੁਕਤੀ ਨਾਮ ਦੀ ਚੀਜ਼ ਤਾਂ ਤੈਨੂੰ ਬ੍ਰਹਮ ਗਿਆਨੀਆਂ ਕੋਲੋਂ ਮਿਲਣੀ ਆ ਭਾਈ। ਮੁਕਤੀ ਮਿਲਣੀ ਹੈ ਸਤਿਗੁਰੂ ਤੋਂ, ਜਿਨ੍ਹਾਂ ਨੇ ਧਿਆਨ ਸਿਮਰਨ ਭਗਤੀ ਕਰਕੇ, ਜਿਨ੍ਹਾਂ ਨੇ ਮਨ ਖੜਾ ਕਰਕੇ ਜਿੱਤ ਲਿਆ, ਉਹਨਾਂ ਤੋਂ ਮੁਕਤੀ ਲੱਭਣੀ ਆ। ਮੁਕਤੀ ਨਾਮ ਦੀ ਚੀਜ਼ ਮੇਰੇ ਕੋਲ ਨਹੀਂ ਹੈਗੀ, ਇਹ ਸਾਧੂ ਸੰਤਾਂ ਦੇ ਕੋਲ ਮਿਲਣੀ। ਤੂੰ ਕਹੀਅਤ ਹੀ ਆਦ ਭਵਾਨੀ, ਤੂੰ ਤਾਂ ਕਹਿ ਰਹੀ ਹੈ ਮੈਂ ਆਦ ਤੋਂ ਹੈਗੀ ਹਾਂ ਇਹ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ, ਮੁਕਤੀ ਦੇਣ ਦੇ ਵਾਸਤੇ ਹੁਣ ਤੂੰ ਛੁਪਦੀ ਫਿਰਦੀ ਆ, ਮੁਕਤੀ ਤੂੰ ਦੇ ਨਹੀਂ ਸਕਦੀ, ਤੇਰੀ ਭਗਤੀ ਕਿਉਂ ਕਰਨੀ ਫਿਰ। ਗੁਰਮਤਿ ਰਾਮ ਨਾਮ ਗਹੋ ਮੀਠਾ, ਆ ਲੋ ਫਿਰ ਆ ਗਈ ਭਾਈ ਗੁਰਮਤ, ਗੁਰੂ ਦੀ ਮਤ, ਜੇ ਗੁਰੂ ਹੀ ਨਹੀਂ ਹੋਊਗਾ ਤੇ ਮਤ ਕਿੱਥੋਂ ਆਊਗੀ ਭਾਈ। ਨਿਰਮਲ ਸਿੰਘ ਜੀ, ਗੁਰਮਤਿ ਰਾਮ ਨਾਮ ਗਹੋ ਮੀਠਾ, ਕਹਿੰਦੇ ਗੁਰਮਤਿ ਰਾਮ ਨਾਮ ਗਹੋ ਮੀਠਾ, ਹੇ ਮੇਰੇ ਮਿੱਤਰ ਗੁਰੂ ਦੀ ਮੱਤ ਲੈ ਕੇ ਤੇ ਧਿਆਨ ਸਿਮਰਨ ਨੂੰ ਜੁਟ ਜਾ, ਜਿਵੇਂ ਗੁਰੂ ਕਹਿ ਰਿਹਾ, ਜਿਵੇਂ ਬ੍ਰਹਮ ਗਿਆਨੀ ਕਹਿ ਰਹੇ, ਜਿਵੇਂ ਆ ਗਿਆਨ ਕਹਿ ਰਿਹਾ, ਜਿਵੇਂ ਇਹ ਨਾਮਦੇਵ ਜੀ ਕਹਿ ਰਹੇ ਆ। ਗੁਰਮਤਿ ਰਾਮ ਨਾਮ ਗਹੋ ਮੀਠਾ, ਪੜ੍ਹ ਮੈਂ ਨਾਮਾ ਇਉਂ ਕਹੇ ਗੀਤਾ। ਨਾਮਦੇਵ ਜੀ ਕਹਿੰਦੇ ਆ ਭਾਈ ਆ ਦੁਨੀਆ ਦਾ ਬ੍ਰਹਮ ਗਿਆਨ ਜਿਹੜਾ ਹੈਗਾ ਆਹੀ ਕਹਿ ਰਿਹਾ ਭਾਈ, ਬੇਨਤੀ ਕਰ ਰਹੇ ਪਰਮਤ ਨਾਮਦੇਵ ਜੀ ਨਤਮਸਤਕ ਹੋ ਕੇ ਕਿ ਭਾਈ ਸਾਰਾ ਗਿਆਨ ਦਾ ਸਾਰ ਆਹੀ ਹੈਗਾ ਭਾਈ, ਆਹੀ ਹੈਗਾ। ਬਿਲਾਵਲ ਗੋਂਡ, आज नामे बीठल देखिया मूर्ख को समझाऊं रे रहाओ। नामदेव जी कहते आ कहते मालक ने मेहर कर दी आ मेरी मनुखा जून मिली थी, मेरी जिहड़ी हैगी पास आउट हो गई, वो मालक परमात्मा प्रगट हो गया मेरे अंदर, वो बीठल प्रगट हो गया मेरे अंदर। आज का मतलब आ जन्म दे विच आज नामे बीठल देखिया मूर्ख को समझाऊं रे। ਹੁਣ ਜਿਹੜੇ ਹੈਗੇ ਗਿਆਨੀਆਂ ਨੂੰ ਜਿਹੜਾ ਹੈਗਾ, ਪੰਡਤਾਂ ਨੂੰ ਜਿਹੜਾ ਹੈਗਾ, ਇਹ ਜਿਹੜੇ ਹੈਗੇ ਕਾਜ਼ੀਆਂ ਨੂੰ ਜਿਹੜੇ ਸਿਰਫ ਕਰਮ ਕਾਂਡ ਦੇ ਵਿੱਚ ਲੱਗੇ ਹੋਏ ਆ, ਗਿਆਨ ਨੂੰ ਪੜ੍ਹੀ ਜਾ ਰਹੇ ਆ, ਔਰ ਜਿਹੜੇ ਹੈਗੇ ਬਸ ਇਹ ਧਿਆਨ ਸਿਮਰਨ ਨਹੀਂ ਕਰਦੇ, ਕਹਿੰਦੇ ਆ ਲਓ ਮੈਂ ਸਮਝਾ ਰਿਹਾ ਤੂੰ ਗਿਆਨ ਲੈ ਲਓ ਭਾਈ। आज नामे मुँह बीठल देखिया मूर्ख को समझाओ रे, नहीं तो भाई जन्म व्यर्थ कर लोगे अपना। रहाओ पांडे तुमरी गायत्री लोधे का खेत खाती थी। हे पंडित जिहड़ी गायत्री का मंत्र तू करदा है, गायत्री मंत्र जिहड़ा पाठ करदा है गायत्री का, वो गायत्री जिहड़ी उहनूं श्राप मिल गया सीगा, वो गां दे रूप च आ गई ते लोधे जट दे खेत दे विच वड़ गई। पांडे तुमरी गायत्री लोधे का खेत खाती थी, लैकर ठेंगा टंगरी तोरी लांगत लांगत जाती थी। ਕਹਿੰਦੇ ਮੈਂ ਦੇਖਿਆ ਗਾਂ ਜਿਹੜੀ ਹੈ ਜੱਟ ਨੇ ਮਾਰ ਕੇ ਸੋਟੀ ਜਿਹੜੀ ਹੈ ਡਾਂਗ ਮਾਰ ਕੇ ਉਹਦੀ ਲੱਤ ਭੰਨਤੀ ਤੇ ਉਹ ਲੰਗੜੀ ਹੋ ਕੇ ਜਿਹੜੀ ਤੁਰਦੀ ਸੀ ਭਾਈ।
ਉਹ ਤਾਂ ਗਾਇਤਰੀ ਦਾ ਤੁਸੀਂ ਪਾਠ ਕਰ ਰਹੇ ਹੋ, ਉਹਦੇ ਤੋਂ ਕੀ ਲੱਭ ਜਾਣਾ ਹੈ ਤੁਹਾਨੂੰ? ਕਿੱਥੇ ਤੱਕ ਜਾਓਗੇ? ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ। ਕਹਿੰਦੇ ਤੁਹਾਡਾ ਜਿਹੜਾ ਹੈਗਾ ਇਹ ਮਹਾਦੇਵ, ਇਹ ਜਿਹੜਾ ਹੈਗਾ ਕੀ ਕਹਿੰਦੇ ਆ ਮਹੇਸ਼ ਸ਼ਿਵ ਜੀ, ਕਹਿੰਦੇ ਇਹਨੂੰ ਵੀ ਮੈਂ ਦੇਖਿਆ ਭਾਈ, ਇਹ ਵੀ ਬੈਲ ਦੇ ਉੱਤੇ ਚੜਿਆ ਆਉਂਦਾ ਸੀਗਾ, ਬੈਲ ਦੇ ਉੱਤੇ ਬੈਲ ਦੀ ਸਵਾਰੀ ਕਰਕੇ ਆਉਂਦਾ ਸੀਗਾ। ਗਿਆ ਉੱਥੇ ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਮੋਦੀ ਜਿਹੜਾ ਹੈਗਾ ਮੋਦੀ ਆਪਣਾ ਮਿਨਿਸਟਰ ਉਹ ਨਹੀਂ ਹੈਗਾ, ਪ੍ਰਧਾਨ ਮੰਤਰੀ ਭਾਈ, ਇਹ ਮੋਦੀ ਸੀਗਾ ਜਿਹਨੇ ਜਿਹੜਾ ਹੈਗਾ ਆਪਣੇ ਜਿਹੜੇ ਹੈਗੇ ਆ ਭੋਜ ਕੀਤਾ ਸੀਗਾ। ਅਤੇ ਉਹਦਾ ਹੀ ਕਹਿੰਦੇ ਉਹਦੇ ਤੋਂ ਹੀ ਨਾਰਾਜ਼ ਹੋ ਗਏ ਭਾਈ ਇਹ ਜਿਹੜੇ ਹੈਗੇ ਮਹਾਦੇਵ ਜੀ, ਅਤੇ ਉਹਦਾ ਹੀ ਮੁੰਡਾ ਮਾਰਤਾ। ਮੋਦੀ ਕੇ ਪਤਾ ਨਹੀਂ ਕੀ ਗੱਲ ਕਿਹੜੀ ਗੱਲੋਂ ਨਾਰਾਜ਼ ਹੋ ਗਏ। ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਪਾਂਡੇ ਤੁਮਰਾ ਰਾਮਚੰਦ ਸੋ ਵੀ ਆਵਤ ਦੇਖਿਆ ਥਾ। ਹੇ ਪੰਡਤਾ, ਜਿਹੜੇ ਰਾਮ ਦੀ ਤੂੰ ਭਗਤੀ ਕਰਦਾ ਹੈ, ਸੀਤਾ ਦਾ ਰਾਮ, ਦਸ਼ਰਥ ਦਾ ਪੁੱਤ, ਕਹਿੰਦੇ ਉਹ ਵੀ ਮੈਂ ਦੇਖ ਲਿਆ ਭਾਈ, ਉਹਦੇ ਬਾਰੇ ਵੀ ਮੈਂ ਤੈਨੂੰ ਦੱਸ ਦੇਣਾ ਹੈ। ਪਾਂਡੇ ਤੁਮਰਾ ਰਾਮਚੰਦ ਸੋ ਵੀ ਆਵਤ ਦੇਖਿਆ ਥਾ। ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋਏ ਗਵਾਈ ਥੀ। ਕਹਿੰਦੇ ਰਾਵਣ ਦੇ ਨਾਲ ਉਹਦੀ ਜਿਹੜੀ ਹੈਗੀ ਲੜਾਈ ਝਗੜਾ ਹੋਇਆ ਅਤੇ ਉਹਨੇ ਘਰ ਦੀ ਆਪਣੀ ਸੀਤਾ ਜਿਹੜੀ ਹੈਗੀ ਗਵਾ ਦਿੱਤੀ ਭਾਈ। ਉਹ ਸੀਤਾ ਜਿਹੜੀ ਹੈਗੀ ਉੱਥੋਂ ਲੈ ਵੀ ਆਇਆ, ਲੈ ਕੇ ਆ ਕੇ ਫਿਰ ਕਿਸੇ ਨੇ ਮਿਹਣਾ ਮਾਰਤਾ, ਫਿਰ ਜਿਹੜਾ ਹੈਗਾ ਫਿਰ ਉਹਨੂੰ ਜੰਗਲ ਦੇ ਵਿੱਚ ਛੱਡ ਦਿੱਤਾ। ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ। ਇਹ ਨਾਮਦੇਵ ਜੀ ਕਹਿ ਰਹੇ ਭਾਈ ਮਹਾਰਾਸ਼ਟਰ ਦੇ ਨਾਮਦੇਵ, ਉਹਨਾਂ ਦੀ ਬਾਣੀ ਹੈਗੀ। ਹਿੰਦੂ ਅੰਨਾ ਤੁਰਕੂ ਕਾਣਾ, ਕਹਿੰਦੇ ਹਿੰਦੂ ਜਿਹੜੇ ਹੈਗੇ ਉਹਨਾਂ ਨੂੰ ਇੰਨੀ ਮੂਰਤੀ ਪੂਜਾ ਹੈਗੀ, ਮੂਰਤੀ ਨੂੰ ਜਿਹੜਾ ਹੈਗਾ ਇੱਕ ਮੂਰਤੀ ਨੂੰ ਰੱਬ ਮੰਨਦੇ ਆ, ਮੂਰਤੀ ਦੀ ਪੂਜਾ ਕਰਦੇ, ਮੂਰਤੀ ਦੇ ਅੱਗੇ ਜਿਹੜੇ ਹੈਗੇ ਨਤਮਸਤਕ ਹੁੰਦੇ। ਅਤੇ ਤੁਰਕ ਜਿਹੜੇ ਹੈਗੇ ਆ ਉਹ ਕਾਣੇ ਹੈਗੇ, ਇੱਕ ਅੱਲਾ ਦੀ ਜਿਹੜੀ ਹੈਗੀ ਅੱਲਾ 'ਤੇ ਭਰੋਸਾ ਕਰਦੇ ਆ, ਪਰ ਉਹਨਾਂ ਦੀ ਸ਼ਰ੍ਹਾ ਦੇ ਨਾਲ ਦੂਸਰੀ ਅੱਖ ਜਿਹੜੀ ਹੈਗੀ ਉਹਨਾਂ ਨੇ ਸ਼ਰ੍ਹਾ ਦੇ ਨਾਲ ਗਈ ਹੋਈ ਹੈ। ਇੰਨੀ ਕੁ ਮੁੱਠ ਦੀ ਇੰਨੀ ਦਾੜੀ ਰੱਖ ਦਿਓ ਜੀ, ਇੰਨੇ ਕੁ ਬਾਲ ਮੁੰਦਾ, ਇੰਨਾ ਕਾਹ ਕਰ ਦਿਓ। ਇਸ ਤਰੀਕੇ ਦੇ ਨਾਲ ਪੱਛਮ ਨੂੰ ਜਿਹੜਾ ਹੈਗਾ ਉੱਧਰ ਨੂੰ ਨਮਾਜ਼ ਪੜ੍ਹ ਲਓ, ਇਸ ਤਰ੍ਹਾਂ ਵੁਜ਼ੂ ਕਰ ਲਓ। ਆਹ ਸਾਰਾ ਧਿਆਨ ਸਿਮਰਨ ਕਰਨਾ ਨਹੀਂ ਹੈ। ਦੋਨੋਂ ਜਿਹੜੇ ਹੈਗੇ ਦੋਨੋਂ ਇਸ ਤਰੀਕੇ ਦੇ ਨਾਲ ਪਾਏ ਆਪਣਾ ਜਿਹੜਾ ਹੈਗਾ। ਔਰ ਇਹਦੇ ਨਾਲ ਜਿਹੜਾ ਹੈਗਾ ਇਹ ਕਲਟ ਬਣੇ ਹੋਏ ਆ, ਇਹਦੇ ਵਿੱਚ ਜਿਹੜੇ ਵੀ ਜੰਮਦੇ ਆ ਉਹਨਾਂ ਨੂੰ ਇਹੀ ਕੁਛ ਸਿਖਾ ਕੇ ਔਰ ਇਸ ਤਰ੍ਹਾਂ ਉਹਨਾਂ ਦਾ ਜਨਮ ਜਿਹੜਾ ਹੈਗਾ ਖਤਮ ਹੋ ਜਾਂਦਾ ਹੈ। ਆਹ ਗਿਆਨ ਦਿੰਦੇ ਆ। ਪਾਂਡੇ ਕਹਿ ਰਹੇ ਆ ਭਾਈ ਇਹ ਉਹਨਾਂ ਦੇ ਵਾਸਤੇ ਨਹੀਂ ਹੈ, ਹਿੰਦੂਆਂ ਦੇ ਵਾਸਤੇ ਜਾਂ ਮੁਸਲਮਾਨ ਵਾਸਤੇ ਜਾਂ ਆਪਣੇ ਵਾਸਤੇ ਹੈ, ਹਰੇਕ ਦੇ ਵਾਸਤੇ ਹੈ ਭਾਈ। ਕਰਮ ਕਾਂਡ ਛੱਡਣੇ ਹਰੇਕ ਦੇ ਵਾਸਤੇ ਹੈਗੇ। ਸਿੱਖਾਂ ਦੇ ਵਿੱਚ ਤਾਂ ਉਹਨਾਂ ਤੋਂ ਜ਼ਿਆਦਾ ਹੋ ਗਏ ਆ ਭਾਈ। ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ। ਹਿੰਦੂ ਪੂਜੇ ਦੇਹਰਾ ਮੁਸਲਮਾਨ ਮਸੀਤ। ਕਹਿੰਦੇ ਹਿੰਦੂ ਕੀ ਕਰਦਾ ਹੈ? ਦਿਓਰੇ ਦੀ ਪੂਜਾ ਕਰਦਾ ਹੈ। ਮੁਸਲਮਾਨ ਕੀ ਕਰਦੇ ਆ? ਮਸੀਤ ਦੀ ਪੂਜਾ, ਮਸੀਤ ਦੇ ਵਿੱਚ ਜਾ ਕੇ ਨਮਾਜ਼ ਪੜ੍ਹਦੇ ਆ। ਨਾਮੇ ਸੋਈ ਸੇਵਿਆ ਜਹ ਦੇਹਰਾ ਨਾ ਮਸੀਤ। ਆਪਣੇ ਵਾਸਤੇ ਵੀ ਹੈਗਾ ਭਾਈ। ਕੋਈ ਰੱਬ ਜਿਹੜਾ ਹੈਗਾ ਕੋਈ ਗੁਰਦੁਆਰੇ ਮੰਦਰ ਮਸਜਿਦ 'ਚ ਨਹੀਂ ਲੱਭਣਾ, ਕਿਤੇ ਤੀਰਥ 'ਤੇ ਚੜ੍ਹ ਕੇ ਨਹੀਂ ਲੱਭਣਾ ਰੱਬ। ਪਰਮਾਤਮਾ ਨੇ ਮਿਲਣਾ ਹੈਗਾ ਜਿੱਥੇ ਨਾ ਦੇਵਰਾ ਹੈ ਅਤੇ ਨਾ ਮਸੀਤ ਹੈਗੀ ਭਾਈ। ਉਹ ਹੈਗਾ ਅੰਦਰ ਆਪਣੇ ਵੜਨਾ ਹੈ, ਅੰਦਰ ਵੜਨਾ ਹੈ ਦਸਮ ਦੁਆਰ ਦੇ ਵਿੱਚ, ਅੰਦਰ ਜਿਹੜੀ ਸੁਰਤ ਲੈ ਕੇ ਜਾਣੀ ਹੈ। ਇਹ ਸਰੀਰ ਜਿੱਥੇ ਮਰਜੀ ਹੋਏ ਭਾਈ ਉੱਥੇ ਹੀ ਰੱਬ ਮਿਲ ਸਕਦਾ ਹੈ। ਜੇ ਹੇਮਕੁੰਡ ਚੜ੍ਹ ਕੇ ਭਗਤੀ ਹੋਣੀ ਹੈ ਤੇ ਉੱਥੇ ਵੀ ਆ ਸਰੀਰ ਦੇ ਅੰਦਰ ਹੀ ਵੜਨਾ ਪਊਗਾ। ਇੱਥੇ ਘਰ ਹੀ ਆਪਣੇ ਕਿਉਂ ਨਹੀਂ ਕਰ ਲਈਏ? ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ। ਹਿੰਦੂ ਪੂਜੈ ਦੇਹਰਾ ਮੁਸਲਮਾਨ ਮਸੀਤ। ਨਾਮੇ ਸੋਈ ਸੇਵਿਆ ਜਹ ਦੇਹਰਾ ਨਾ ਮਸੀਤ। ਜਹ ਦੇਹਰਾ ਨਾ ਮਸੀਤ ਲਿਖਿਆ ਹੋਇਆ। ਕਹਿੰਦੇ ਉੱਥੇ ਨਾ ਦੇਹਰਾ ਮੰਦਰ ਮਸਜਿਦ ਨਹੀਂ ਚੱਲਦੀ ਉਸ ਜਗ੍ਹਾ ਦੇ ਉੱਤੇ। ਉਸ ਜਗ੍ਹਾ 'ਤੇ ਮੰਦਰ ਮਸਜਿਦ ਨਹੀਂ, ਉੱਥੇ ਸੁਰਤ ਨੇ ਜਾਣਾ ਹੈਗਾ, ਮਨ ਦੇ ਵਿੱਚ ਜਾਣਾ ਹੈਗਾ, ਆਤਮਾ ਤੱਕ ਪਹੁੰਚਣਾ ਹੈਗਾ। ਰਾਗ ਗੋਂਡ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ। ਰਵਿਦਾਸ ਜੀ ਦੀ ਬਾਣੀ ਆ ਗਈ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ
ਮੁਕੁੰਦ ਮੁਕੁੰਦ ਜਪੋ ਸੰਸਾਰ। ਮੁਕੁੰਦ, ਮੁਕੁੰਦ ਕਹਿੰਦੇ ਆ ਮੁਕਤੀ ਦੇਣ ਵਾਲਾ, ਉਹ ਮਾਲਕ ਪਰਮਾਤਮਾ। ਕਹਿੰਦੇ ਉਹਦਾ ਧਿਆਨ ਕਰੋ ਭਾਈ। ਉਹਦਾ ਹੁਣ ਕਿਵੇਂ ਧਿਆਨ ਕਰੀਏ ਮੁਕੁੰਦ ਦਾ? ਉਹ ਮੁਕੁੰਦ ਕਿਹੜਾ ਕਿਸ ਤਰ੍ਹਾਂ ਦਾ ਹੈਗਾ ਮੁਕੁੰਦ ਭਾਈ? ਕਿਹੇ ਜਿਹਾ ਉਹਦਾ ਸਰੀਰ ਹੈਗਾ? ਬੰਦਾ ਹੈ, ਤੀਵੀਂ ਹੈਗੀ, ਕਿਹੇ ਜਿਹਾ ਹੈਗਾ ਭਾਈ? ਕਿਹੇ ਜਿਹਾ ਆਕਾਰ ਹੈ, ਕਿਹੇ ਜਿਹਾ ਰੰਗ ਹੈ, ਕਿਹੇ ਜਿਹਾ ਰੂਪ ਹੈ? ਉਹ ਤਾਂ ਤਿੰਨਾਂ ਗੁਣਾਂ ਤੋਂ ਭਿੰਨ ਹੈਗਾ ਮਾਈ। ਰੂਪ ਨਾ ਰੇਖ ਨਾ ਰੰਗ ਕਿਸ, ਤ੍ਰੈ ਗੁਣ ਤੇ ਪ੍ਰਭ ਭਿੰਨ। ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਸ ਮੁਕੁੰਦ ਦਾ ਧਿਆਨ ਕਿਵੇਂ ਕਰਨਾ ਪਾਏ? ਗਿਆਨ ਕਹਿੰਦਾ ਹੈ, ਬਾਣੀ ਕਹਿੰਦੀ ਹੈ, ਪਿਆਰਿਆ ਤੂੰ ਮਾਇਆ ਦਾ ਧਿਆਨ ਕਿਵੇਂ ਕਰ ਰਿਹਾ ਹੈ? ਇਹ ਮਾਇਆ ਦਾ ਧਿਆਨ 24 ਘੰਟੇ ਤੇਰੇ ਅੰਦਰ ਕਿਵੇਂ ਤੇਰੇ ਵਿਚਾਰ ਚੱਲਦੇ ਆ? ਇਹਨਾਂ ਨੂੰ ਛੱਡ ਦੇ, ਆਪਣੇ ਆਪ ਮੁਕੁੰਦ ਆ ਜਾਏਗਾ ਤੇਰੇ ਕੋਲ। ਆਹੀ ਮੁਕੁੰਦ ਦਾ ਧਿਆਨ ਹੈ ਭਾਈ। ਮੁਕੁੰਦ ਮੁਕੁੰਦ ਜਪੋ ਸੰਸਾਰ, ਬਿਨ ਮੁਕੁੰਦ ਤਨ ਹੋਏ ਔਹਾਰ। ਕਹਿੰਦੇ ਨਹੀਂ ਕਰਾਂਗੇ ਇਹ ਕਾਰਵਾਈ ਤੇ ਆ ਸਰੀਰ ਖਤਮ ਹੋ ਜਾਣਾ ਪਿਆਰਿਆ, ਵੇਸਟ ਹੋ ਜਾਣਾ। ਔਹਾਰ ਮਤਲਬ ਵੇਸਟ। ਕੋਈ ਚੀਜ਼ ਮਿਲੀ ਸੀ, ਸਰੀਰ ਮਿਲਿਆ ਸੀ, ਪਈ ਪ੍ਰਾਪਤ ਮਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮੁਕੁੰਦ ਮੁਕੁੰਦ ਜਪੋ ਸੰਸਾਰ, ਕੇਵਲ। ਬਿਨ ਮੁਕੁੰਦ ਤਨ ਹੋਏ ਔਹਾਰ। ਇਹ ਤਨ ਨੇ ਔਹਾਰ ਹੋ ਜਾਣਾ, ਵੇਸਟ ਹੋ ਜਾਣਾ ਹੈ ਭਾਈ, ਵੇਸਟ ਹੋ ਜਾਣਾ। ਦੇਖ ਲਓ ਹੁਣ ਇਸ ਟਾਈਮ ਜਿਹੜੇ ਹੈਗੇ ਆਪਾਂ ਸਾਰੇ ਸੋਚ ਲਓ ਵੀ ਕਿੰਨੀ ਕੁ ਉਮਰ ਆਪਣੀ ਲੰਘ ਗਈ ਆ ਤੇ ਉਹਦੀ ਆਊਟਪੁੱਟ ਕੀ ਹੈਗੀ ਆ, ਪੱਲੇ ਕੀ ਹੈਗਾ ਆਪਣੇ। ਇਸ ਤਰ੍ਹਾਂ ਹੀ ਜਿਹੜਾ ਹੈਗੇ ਅਗਲੇ 20 ਸਾਲ 15 ਜਿੰਨੇ ਸਾਲ ਬਾਅਦ ਦੇਖ ਲਿਓ, ਜਦ ਮਰਜੀ ਦੇਖ ਲਓ, ਪੱਲੇ ਕੁਛ ਵੀ ਨਹੀਂ ਰਹਿਣਾ ਪਾਏ। ਇਹ ਖਾਧਾ ਪੀਤਾ ਹੀ ਖਾਲੀ ਸਿਰਫ ਜਿਹੜਾ ਯੂਜ਼ ਕੀਤਾ ਹੈ ਲਾਹੇ ਦਾ, ਬਾਕੀ ਐਵੇਂ ਸ਼ਾਇਦ ਬਾਕੀ ਇੱਥੇ ਛੱਡ ਕੇ ਤੁਰ ਜਾਣਾ ਆਪਾਂ ਨੇ। ਮੁਕੁੰਦ ਮੁਕੁੰਦ ਜਪੋ ਸੰਸਾਰ, ਬਿਨ ਮੁਕੁੰਦ ਤਨ ਹੋਏ ਔਹਾਰ। ਸੋਈ ਮੁਕੁੰਦ ਮੁਕਤ ਕਾ ਦਾਤਾ। ਆਇਆ ਕਹਿੰਦੇ ਇਸੇ ਨੇ ਮੁਕਤੀ ਦੇਣੀ ਆ ਪਿਆਰਿਓ, ਇਸੇ ਨੇ ਮੁਕਤੀ ਦੇਣੀ। ਮੁਕਤੀ ਕਾਹਦੀ ਹੈਗੀ ਆ? ਮੁਕਤੀ ਕੀ ਚੀਜ਼ ਹੈ? ਕਾਹਦੀ ਮੁਕਤੀ ਹੈਗੀ? ਮੁਕਤੀ ਹੈਗੀ ਵਿਚਾਰਾਂ ਤੋਂ ਮੁਕਤੀ, ਮੁਕਤੀ ਹੈਗੀ ਸਵਾਦਾਂ ਤੋਂ ਮੁਕਤੀ, ਮੁਕਤੀ ਹੈਗੀ ਸੰਸਾਰ ਤੋਂ ਮੁਕਤੀ, ਮੁਕਤੀ ਹੈਗੀ ਆਕਾਰ ਤੋਂ ਜਿਹੜੀ ਹੈਗੀ ਜਿਹਦੇ ਨਾਲ ਆਪਾਂ ਖਿੱਚਾਂ ਪਈਆਂ ਹੋਈਆਂ। ਇਹ ਬਰੀਕ ਬਰੀਕ ਤਾਰਾਂ ਤੰਦਾਂ ਜੁੜੀਆਂ ਹੋਈਆਂ ਜਿਹੜੀਆਂ ਮੋਹ ਦੀਆਂ ਤਾਰਾਂ, ਇਹਨਾਂ ਤੋਂ ਮੁਕਤੀ ਚਾਹੀਦੀ ਹੈ। ਆਹੀ ਤਾਂ ਮਾਲਕ ਨੇ ਜਿਹੜਾ ਇਹੀ ਤਾਂ ਜਕੜ, ਇਹੀ ਤਾਂ ਮਾਇਆ ਜਿਹਨੇ ਜੱਪੀ ਪਾਈ ਹੋਈ ਆ ਆਪਾਂ ਨੂੰ। ਮੁਕੁੰਦ ਮੁਕੁੰਦ ਜਪੋ ਸੰਸਾਰ, ਬਿਨ ਮੁਕੁੰਦ ਤਨ ਹੋਏ ਔਹਾਰ। ਸੋਈ ਮੁਕੁੰਦ ਮੁਕਤ ਕਾ ਦਾਤਾ, ਸੋਈ ਮੁਕੁੰਦ ਹਮਾਰਾ ਪਿਤ ਮਾਤਾ। ਦੇਖੋ ਕੀ ਕਹਿ ਰਹੇ ਭਾਈ ਰਵਿਦਾਸ ਜੀ, ਕਹਿੰਦੇ ਮੇਰਾ ਮਾਂ ਪਿਓ ਉਹ ਹੈਗਾ ਭਾਈ, ਉਹ ਮੁਕਤੀ ਦਾ ਦਾਤਾ, ਉਹ ਮਾਲਕ ਪਰਮਾਤਮਾ, ਉਹ ਮੇਰਾ ਮਾਂ ਪਿਓ ਹੈਗਾ। ਮੈਨੂੰ ਪਤਾ ਲੱਗ ਗਿਆ ਭਾਈ, ਉਹਨੇ ਮੈਨੂੰ ਪੈਦਾ ਕੀਤਾ ਹੈ, ਉਹਨੇ ਮੈਨੂੰ ਸਾਰਾ ਕੁਝ ਦਿੱਤਾ ਹੈ, ਬਸ ਮੈਂ ਤਾਂ ਉਹਦੇ ਨਾਲ ਜੁੜਨਾ ਹੈ। ਜੀਵਤ ਮੁਕੰਦੇ ਮਰਤ ਮੁਕੰਦੇ, ਕਹਿੰਦੇ ਹੁਣ ਮੈਂ ਜਿੰਨੀ ਮੇਰੀ ਉਮਰ ਹੈਗੀ ਸਾਰੀ ਦੀ ਸਾਰੀ ਇਸ ਕੰਮ 'ਚ ਲਾਉਣੀ ਆ ਮੈਂ। ਜੀਵਤ ਮੁਕੰਦੇ ਮਰਤ ਮੁਕੰਦੇ, ਤਾਕੇ ਸੇਵਕ ਕੋ ਸਦਾ ਆਨੰਦੇ ਰਹਾਓ। ਬਸ ਸ਼ੁਰੂ ਕਰ ਲਓ, ਪਹਿਲੇ ਦਿਨ ਤੋਂ ਆਨੰਦ ਖੁਸ਼ੀ ਖੇੜਾ ਆਉਣਾ ਸ਼ੁਰੂ ਹੋ ਜਾਊਗਾ, ਸ਼ਾਂਤੀ ਸ਼ੁਰੂ ਹੋ ਜਾਏਗੀ। ਇੱਕ ਵਾਰੀ ਬੈਠੋ ਤਾਂ ਸਹੀ, ਇੱਕ ਮਿੰਟ ਵਾਸਤੇ ਵੀ ਜਿਹੜਾ ਹੈਗਾ, ਤੁਸੀਂ 10 ਸਕਿੰਟ ਵਾਸਤੇ ਵੀ ਚੁੱਪ ਹੋ ਜਾਓ, ਬਿਲਕੁਲ ਸੁੰਨ ਹੋ ਜਾਓ, ਆਪਣੇ ਮਨ ਨੂੰ ਖੜਾ ਕਰ ਲਓ। ਸਾਹ ਨੂੰ ਬੰਦ ਕਰੋ ਪਹਿਲਾਂ ਤੇ ਦੇਖ ਲਓ, ਸਾਹ ਬੰਦ ਕੀਤਾ ਤੇ ਵਿਚਾਰ ਬੰਦ ਹੋ ਜਾਂਦੇ ਆ। ਬਸ ਇਸੇ ਨੂੰ ਸਾਹ ਲੈਂਦੇ ਹੋਏ ਇਹੀ ਕਿਰਿਆ ਕਰਨੀ ਆ ਆਪਾਂ ਨੇ। ਜੀਵਤ ਮੁਕੰਦੇ ਮਰਤ ਮੁਕੰਦੇ, ਤਾਂ ਕਿ ਸੇਵਕ ਕੋ ਸਦਾ ਆਨੰਦੇ। ਕਹਿੰਦੇ ਆਨੰਦ ਹੀ ਆਨੰਦ, ਖੁਸ਼ੀ ਖੇੜਾ ਰਹੂਗਾ ਹਮੇਸ਼ਾ। ਮੁਕੁੰਦ ਮੁਕੁੰਦ ਹਮਾਰੇ ਪ੍ਰਾਣੰ, ਕਹਿੰਦੇ ਇਹੀ ਮੇਰੇ ਪ੍ਰਾਣ ਆ ਪਾਏ, ਮੇਰੇ ਪ੍ਰਾਣਾਂ ਤੋਂ ਪਿਆਰਾ ਹੈ ਇਹ ਜਿਹੜਾ ਧਿਆਨ ਸਿਮਰਨ, ਇਹ ਮਾਲਕ ਪਰਮਾਤਮਾ ਦਾ ਭਗਤੀ ਜਿਹੜੀ ਹੈਗੀ। ਜਪ ਮੁਕੰਦ ਮਸਤਕ ਨਿਸ਼ਾਨੰ, ਵਾਹ ਜੀ ਵਾਹ। ਕਹਿੰਦੇ ਇਹਦੇ ਨਾਲ ਮੈਨੂੰ ਵੀਜ਼ਾ ਮਿਲ ਜਾਂਦਾ ਹੈ, ਮੇਰੇ ਮੱਥੇ 'ਤੇ ਨਿਸ਼ਾਨ ਆ ਜਾਂਦਾ ਹੈ। ਉਹ ਮਾਲਕ ਦਾ ਪਾਸ ਆਊਟ ਜਿਹੜਾ ਧਰਮਰਾਜ ਦੇਖ ਕੇ ਹੱਥ ਜੋੜਦਾ ਹੈ। ਮੁਕੁੰਦ ਮੁਕੁੰਦ ਹਮਾਰੇ ਪ੍ਰਾਣੰ, ਜਪ ਮੁਕੁੰਦ ਮਸਤਕ ਨਿਸ਼ਾਨੰ, ਸੇਵ ਮੁਕੁੰਦ ਕਰੇ ਬੈਰਾਗੀ। ਆਹ ਜਿਹੜਾ ਮੈਂ ਧਿਆਨ ਸਿਮਰਨ ਕਰਦਾ ਹੈ ਮੈਨੂੰ ਬੈਰਾਗ ਆ ਜਾਂਦਾ ਹੈ। ਮਾਇਆ ਤੋਂ ਮੇਰੇ ਜਿਹੜੇ ਹੈਗੇ, ਮਾਇਆ ਤੋਂ ਮੇਰੀ ਜਿਹੜੀ ਖਿੱਚ ਦੂਰ ਹੋ ਜਾਂਦੀ ਆ, ਉਹ ਮਾਲਕ ਦੇ ਪ੍ਰਤੀ, ਮਾਲਕ ਵੱਲ ਨੂੰ ਮੈਂ ਉੱਧਰ ਨੂੰ ਜਿਹੜਾ ਹੈਗਾ ਖਿੱਚ ਪੈਦਾ ਹੋ ਜਾਂਦੀ ਹੈ।
ਸੋਈ ਮੁਕੰਦ ਦੁਰਬਲ ਧਨ ਲਾਦੀ। ਕਹਿੰਦੇ ਮੈਨੂੰ ਜਿਹੜਾ ਹੈਗਾ ਗਰੀਬ ਨੂੰ ਤਾਂ ਆਹੀ ਧਨ ਮਿਲ ਗਿਆ ਮੈਨੂੰ ਪਾਏ। ਮੈਂ ਤਾਂ ਕੋਟ ਲਾਖ ਸਰਬ ਕੋ ਰਾਜਾ, ਜਿਸ ਹਿਰਦੇ ਨਾਮ ਤੁਮਾਰਾ। ਸੋਈ ਮੁਕੰਦ ਦੁਰਬਲ ਧਨ ਲਾਦੀ। एक मुकंद करे उपकार। इससे मालिक परमात्मा ने, इससे ने उपकार करना है पाए। सारी सृष्टि इससे ने बनाई हुई है, इससे ने पार लंघाना हैगा। एक मुकंद करे उपकार, हमरा कहाँ करे संसार। एक मालिक परमात्मा का ध्यान सिमरन आ गया। कहते दुनिया के जिहड़े टिल ला ले, दुनिया संसार टिल ला ले, कख नहीं कर सकता पाए। भगत का कख नहीं बिगाड़ सकता कोई भी। मेटी जात हुए दरबार। कहते मैं शरीर का मोह खत्म किया तो मालक परमात्मा का दर खुल गया। मेटी जात हुए दरबार, शरीर की खिच्चां खत्म करतियां, मालक के दर ते पहुँच गए। तू ही मुकंद जोग जुगतार। हे मेरे मालका, आही जोग हैगा, तू ही है जोग का दाता। जोग का मतलब जोड़, जुगतार। ਸਾਰੇ ਯੁਗਾਂ ਦੇ ਵਿੱਚ ਤਰਨਾ ਹੈਗਾ, ਕਿਸੇ ਨੇ ਦਰਬਾਰ ਜਾਣਾ ਹੈਗਾ ਤੇ ਆਹੀ ਕੰਮ ਆ ਭਾਈ। ਇਸੇ ਨੇ ਨਾਲ ਆਹੀ ਯੋਗ ਹੈਗਾ ਭਾਈ। ਉਪਜਿਓ ਗਿਆਨ ਹੁਆ ਪ੍ਰਗਾਸ। ਰਵਿਦਾਸ ਜੀ ਕਹਿੰਦੇ ਗਿਆਨ ਆ ਗਿਆ ਭਾਈ, ਪ੍ਰੈਕਟੀਕਲ ਆਪਣਾ ਗਿਆਨ ਆ ਗਿਆ, ਪ੍ਰਕਾਸ਼ ਹੋ ਗਿਆ ਅੰਦਰ। ਆਹ ਗਿਆਨ ਜਿਹੜਾ ਆਪਾਂ ਲੈ ਰਹੇ ਹਾਂ ਇਹ ਰਵਿਦਾਸ ਜੀ ਦਾ ਗਿਆਨ ਹੈ, ਉਹਨਾਂ ਦਾ ਗਿਆਨ ਹੈ, ਉਹਨਾਂ ਨੇ ਪ੍ਰੈਕਟੀਕਲ ਕੀਤਾ ਹੈ। ਆਪਣਾ ਪ੍ਰੈਕਟੀਕਲ ਸ਼ੇਅਰ ਕਰ ਰਹੇ ਆਪਣੇ ਨਾਲ। ਇਹਦੀ ਫੀਲਿੰਗ ਆਏਗੀ ਆਪਾਂ ਨੂੰ, ਇੰਨਾ ਉਤਸ਼ਾਹ ਮਿਲੇਗਾ ਆਪਾਂ ਨੂੰ। ਪਰ ਗਿਆਨ ਉਦੋਂ ਆਏਗਾ ਜਦ ਆਪਾਂ ਕਾਰਵਾਈ ਕਰਾਂਗੇ, ਜਦ ਆਪਾਂ ਐਕਸ਼ਨ ਕਰਾਂਗੇ। ਪ੍ਰਕਾਸ਼ ਉਦੋਂ ਹੋਏਗਾ ਭਾਈ। ਉਪਜਿਓ ਗਿਆਨ ਹੁਆ ਪ੍ਰਗਾਸ। ਕਰ ਕਿਰਪਾ ਲੀਨੇ ਕੀਟ ਦਾਸ। ਕਿਰਪਾ ਕਰਕੇ ਮੈਨੂੰ ਕੀਟ ਨੂੰ ਜਿਹੜਾ ਹੈਗਾ, ਦਾਸ ਨੂੰ ਜਿਹੜਾ ਹੈਗਾ, ਮਾਲਕ ਨੇ ਆਪਣੇ ਗਲ ਨਾਲ ਲਾ ਲਿਆ, ਆਪਣੇ ਵਿੱਚ ਲੀਨ ਕਰ ਲਿਆ। ਕਹੋ ਰਵਿਦਾਸ ਅਬ ਤ੍ਰਿਸ਼ਨਾ ਚੁਕੀ, ਜਪ ਮੁਕੰਦ ਸੇਵਾ ਤਾਹੂ ਕੀ। ਕਹਿੰਦੇ ਇਸ ਤਰ੍ਹਾਂ ਮੈਂ ਪਰਮੇਸ਼ਰ ਦਾ ਧਿਆਨ ਸਿਮਰਨ ਕੀਤਾ, ਸੇਵਾ ਕੀਤੀ ਉਸ ਦੀ, ਮਾਲਕ ਦੀ, ਤੇ ਮੇਰੀ ਤ੍ਰਿਸ਼ਨਾ ਸਾਰੀ ਪਦਾਰਥਾਂ ਦੀ, ਆਕਾਰ ਦੀ, ਦੁਨੀਆ ਦੇ ਸਵਾਦਾਂ ਦੀ, ਆਹ ਗੇਮ ਮੈਂ ਜਿੱਤ ਲਈ ਪਾਈ। ਮੇਰੀ ਤ੍ਰਿਸ਼ਨਾ ਖਤਮ ਹੋ ਗਈ। ਗੋਂਡ ਜਿਉ 68 ਤੀਰਥ ਨਹਾਵੈ, ਜਿਉ ਦੁਆਦਸ ਸਿਲਾ ਪੁਜਾਵੈ, ਜਿਉ ਖੂਪ ਤਟਾ ਦੇਵਾਵੈ, ਕਰੇ ਨਿੰਦ ਸਭ ਬਿਰਥਾ ਜਾਵੈ। ਨਿੰਦਾ ਜਿਹੜੀ ਹੈਗੀ ਆ, ਨਿੰਦਾ ਦੇਖ ਲਓ ਭਾਈ, ਨਿੰਦਾ ਦਾ ਦਵਾਈ ਹੈ ਨਹੀਂ ਗੀ। ਮਹਾਰਾਜ ਕਹਿੰਦੇ ਜਿਹੜਾ ਨਿੰਦਾ ਹੀ ਕਰ ਰਿਹਾ ਉਹਨੂੰ ਮੈਂ ਕਿਸ ਤਰ੍ਹਾਂ ਗਿਆਨ ਦੇ ਦਾਂ। ਜਿਹੜਾ ਨਿੰਦਾ ਬ੍ਰਹਮ ਗਿਆਨੀਆਂ ਦੀ ਨਿੰਦਾ ਕਰ ਰਿਹਾ, ਜਿਹੜੇ ਗੁਰੂ ਦੀ ਨਿੰਦਾ ਕਰ ਰਿਹਾ ਆ, ਉਹਨੂੰ ਮੈਂ ਕਿਸ ਤਰੀਕੇ ਦੇ ਨਾਲ ਉਹਦੇ ਅੰਦਰ ਦਵਾਈ ਚਲੀ ਜਾਏਗੀ ਭਾਈ। ਉਹ ਦਵਾਈ ਦੀ ਤਾਂ ਨਿੰਦਾ ਕਰ ਰਿਹਾ, ਦੇਣ ਵਾਲੇ ਦੀ, ਡਾਕਟਰ ਦੀ ਤਾਂ ਨਿੰਦਾ ਕਰ ਰਿਹਾ। ਉਹ ਔਖਦ ਸਭੇ ਕੀਤੀਆਂ, ਨਿੰਦਕ ਕਾ ਦਾਰੂ ਨਾਹੀਂ। ਜੇ 68 ਤੀਰਥ ਨਾ ਆਵੇ, ਕਹਿੰਦੇ 68 ਤੀਰਥਾਂ ਤੇ ਇਸ਼ਨਾਨ ਕਰ ਲੈ ਭਾਵੇਂ। ਕਹਿੰਦੇ ਜੀ ਤੀਰਥਾਂ ਦੇ ਇਸ਼ਨਾਨ ਕਰਨ ਨਾਲ ਬੇੜਾ ਪੁੰਨ ਹੋ ਜਾਂਦਾ। ਇਹ ਸਾਰੇ ਜਿਹੜੇ ਹੈਗੇ ਕਰਮ ਕਾਂਡ ਮਹਾਰਾਜ ਨੇ ਗਿਣਾ ਦਿੱਤੇ ਭਾਈ। ਜਿਉ 68 ਤੀਰਥ ਨਹਾਵੈ, ਜਿਉ ਦੁਆਦਸ ਸਿਲਾ ਪੁਜਾਵੈ। ਇਹ ਜਿਹੜੇ ਹੈਗੇ 12 ਜਿਹੜੇ ਹੈਗੇ ਸ਼ਿਵਲਿੰਗ, ਇਹ ਕਹਿੰਦੇ ਇਹਨਾਂ ਦੀ ਜੇ ਪੂਜਾ ਕਰ ਲੈ ਭਾਈ। ਜਿਉ ਕੂਪ ਤਟਾ ਦੇਵਾਵੈ। ਕਹਿੰਦੇ ਜੇ ਖੂਹ ਵੀ ਜਿਹੜਾ ਹੈਗਾ, ਤਲਾਬ ਵੀ ਪੁਟਵਾ ਕੇ ਜਿਹੜਾ ਹੈਗਾ ਲੋਕਾਂ ਦੇ ਵਾਸਤੇ ਜਿਹੜਾ ਹੈਗਾ ਇਹ ਇਸ ਤਰ੍ਹਾਂ ਜਿਹੜਾ ਹੈਗਾ ਪੁੰਨ ਕਰ ਲੈ। ਕਰੇ ਨਿੰਦ ਸਭ ਬਿਰਥਾ ਜਾਵੇ। ਕਹਿੰਦੇ ਨਿੰਦਾ ਕਰੂਗਾ ਤੇ ਸਾਰੇ ਫਲ ਜਿਹੜੇ ਹੈਗੇ ਉਹਦੇ ਬਿਰਥਾ ਹੋ ਜਾਣਗੇ। ਇਹਦੇ ਵਿੱਚ ਜਿਹੜੇ ਹੈਗੇ ਜੇ ਇਹ ਕਰਮ ਕਾਂਡਾਂ ਦੇ ਨਾਲ ਆਪਾਂ ਨੂੰ ਜਿਹੜੇ ਹੈਗੇ ਇਹ, ਕਿਉਂਕਿ ਇਹ ਕਰਮ ਹੀ ਤਾਂ ਵਾਚਣੇ, ਚੰਗਿਆਈਆਂ ਬੁਰਾਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹਦੇ ਵਿੱਚ ਦੁਨੀਆ ਦੇ ਵਿੱਚ ਹੀ ਆਪਾਂ ਨੂੰ ਜਿਹੜੇ ਹੈਗੇ ਕੋਈ ਗਰੀਬ ਹੋ ਜਾਂਦਾ, ਅਮੀਰ ਹੋ ਜਾਂਦਾ, ਕਿਸੇ ਨੂੰ ਸੁੱਖ ਹੋ ਜਾਂਦਾ, ਵਧੀਆ ਸਰੀਰ ਹੋ ਜਾਂਦਾ, ਸਾਰੇ ਜਿਹੜੇ ਹੈਗੇ ਇਸ ਤਰੀਕੇ ਦੇ ਨਾਲ ਭੁਗਤਾਨ ਹੁੰਦਾ ਹੈ ਪਾਏ। ਪਰ ਸੰਸਾਰ ਸਮੁੰਦਰ ਤੋਂ ਬਾਹਰ ਨਿਕਲ ਨਹੀਂ ਸਕਦੇ, ਉਹਦੇ ਵਾਸਤੇ ਇਹ ਭਗਤੀ ਹੈਗੀ ਜ਼ਰੂਰੀ। ਸਾਧ ਕਾ ਨਿੰਦਕ ਕੈਸੇ ਤਰੈ, ਸਰ ਪਰ ਜਾਨੋ ਨਰਕ ਹੀ ਪਰੈ। ਕਹਿੰਦੇ ਲਓ, ਕਹਿੰਦੇ ਬ੍ਰਹਮ ਗਿਆਨੀਆਂ ਦਾ ਨਿੰਦਕ ਹੋਏਗਾ ਤੇ ਉਹ ਕਿਸ ਤਰ੍ਹਾਂ ਤਰੂਗਾ ਪਾਏ, ਦੱਸੋ ਕਿਸ ਤਰ੍ਹਾਂ ਤਰੂਗਾ। ਜੇ ਨਾਰਮਲ ਨਿੰਦਾ ਕਰਨ ਦੇ ਨਾਲ ਜਿਹੜਾ ਹੈਗਾ ਉਹਦੀ ਜਿਹੜੀ ਹੈਗੀ ਸਾਰੇ ਦੇ ਸਾਰੇ ਪੁੰਨ ਦਾਨ ਚੰਗਿਆਈਆਂ ਜਿਹੜੀਆਂ ਹੈਗੀਆਂ ਉਹ ਨਸ਼ਟ ਹੋ ਜਾਂਦੀਆਂ ਆ, ਬਿਰਥਾ ਚਲੇ ਜਾਂਦੀਆਂ ਆ।
ਭਾਵੇਂ ਖੂਹ ਪੁੱਟਦੇ, ਭਾਵੇਂ ਤਲਾਅ ਦੇ ਭਾਵੇਂ ਤੀਰਥਾਂ 'ਤੇ ਨਹਾ ਲਏ, ਭਾਵੇਂ ਦੁਆਦਸ਼ ਸ਼ਿਲਾ ਜਿਹੜੀਆਂ ਪੂਜ ਲੈ। ਕਹਿੰਦੇ ਜਦ ਇਹੀ ਵਿਰਥਾ ਹੋ ਜਾਂਦੀ ਹੈ ਤੇ ਸਾਧੂ ਦੀ ਨਿੰਦਾ ਕਰਨ ਵਾਲਾ ਕਿਵੇਂ ਤਰ ਜੂਗਾ ਭਾਈ? ਫਿਰ ਕੀ ਹੋਏਗਾ ਉਹਦਾ? ਸਾਧ ਕਾ ਨਿੰਦਕ ਕੈਸੇ ਤਰੈ, ਸਰ ਪਰ ਜਾਨੋ ਨਰਕ ਹੀ ਪਰ ਰਹੋ। ਸਰ ਪਰ ਦਾ ਮਤਲਬ ਹੁੰਦਾ ਹੈ ਮਸਟ, ਅਵਸ਼। ਕਹਿੰਦੇ ਅਵਸ਼ ਇਹ ਚੀਜ਼ ਚੰਗੀ ਤਰ੍ਹਾਂ ਗੱਲ ਮੇਰੀ ਸਮਝ ਲਓ ਵੀ ਉਹਨੇ ਨਰਕ ਦੇ ਵਿੱਚ ਜਾਣਾ ਹੈ, ਉਹਨੇ ਨਰਕ ਦੇ ਵਿੱਚ ਪੈਣਾ ਹੀ ਲਾਜ਼ਮੀ ਹੈਗਾ ਭਾਈ, ਜਿਹੜਾ ਸਾਧੂਆਂ ਦੀ ਨਿੰਦਾ ਕਰ ਰਿਹਾ ਹੈ। ਸਾਧ ਕਾ ਨਿੰਦਕ ਕੈਸੇ ਤਰੈ, ਕਿਸ ਤਰ੍ਹਾਂ ਤਰੇਗਾ ਭਾਈ? ਸਰ ਪਰ ਜਾਨੋ ਨਰਕੀ ਪਰ ਰਹਾਓ। ਜਿਉ ਗ੍ਰਹਿਣ ਕਰੇ ਕੁਲ ਖੇਤ, ਜਿਹੜੇ ਕੁਰਕਸ਼ੇਤਰ ਦੇ ਵਿੱਚ ਜਾ ਕੇ ਗ੍ਰਹਿਣ ਦੇ ਵਿੱਚ ਜਿਹੜਾ ਹੈਗਾ ਉੱਥੇ ਜਾ ਕੇ ਨਹਾ ਲੈ। ਅਰਪੈ ਨਾਰ ਸਿੰਗਾਰ ਸਮੇਤ। ਹੁਣ ਜਿਹੜਾ ਹੈਗਾ ਇਹ ਬਾਹਮਣ ਜਿਹੜੇ ਹੈਗੇ, ਬ੍ਰਾਹਮਣ ਪੰਡਤ ਜਿਹੜੇ ਹੈਗੇ, ਇਹ ਜਿਹੜੇ ਕਹਿੰਦੇ ਵੀ ਪੰਡਤਾਂ ਨੂੰ ਜਿਹੜੀ ਆਪਣੀ ਘਰ ਵਾਲੀ ਜਿਹੜੀ ਹੈਗੀ ਗਹਿਣਿਆਂ ਦੇ ਨਾਲ ਜਿਹੜੀ ਹੈ ਤੋੜ ਦੇਣੀ ਚਾਹੀਦੀ ਸੀ, ਤੋੜ ਦੇਣੀ ਹੈ। ਆਹ ਵੀ ਪੁੰਨ ਮੰਨਦੇ ਸੀ। ਆਹ ਬ੍ਰਾਹਮਣਾਂ ਨੇ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਵਿਚਾਰ ਦਾ ਜਿਹੜਾ ਹੈਗਾ ਬਣਾਇਆ ਹੋਇਆ ਸੀ ਹਿਸਾਬ ਕਿਤਾਬ। ਕਾਹਦੇ ਵਾਸਤੇ ਜਿਹੜਾ ਹੈਗਾ ਉਹ ਬ੍ਰਾਹਮਣ ਦੇ ਆਪਣੀ ਨਾਰ ਜਿਹਨੀ ਉਹਨੂੰ ਦੂਜੇ ਨੂੰ ਜਿਹੜਾ ਹੈਗਾ ਬ੍ਰਾਹਮਣ ਕਰ ਲੈ ਪੁੰਨ, ਦੂਜਿਆਂ ਨੂੰ ਕਰ ਲਈ ਪੁੰਨ। ਇਹੋ ਜਿਹੇ ਪੁੰਨ ਚਾਹੀਦੇ ਭਾਈ, ਜਿਹੜੇ ਪੁੰਨ ਕਹਿੰਦੇ ਇਹਨੂੰ ਉਹ ਕਰੋ ਤਾਂ ਪੁੰਨ, ਤੁਸੀਂ ਕਿਉਂ ਨਹੀਂ ਕਰ ਰਹੇ ਪੁੰਨ? ਜਿਉ ਗ੍ਰਹਿਣ ਕਰੇ ਕੁਲ ਖੇਤ, ਅਰਪੇ ਨਾਰ ਸਿੰਗਾਰ ਸਮੇਤ, ਸਗਲੀ ਸਿਮਰਤ ਸਰਵਣੀ ਸੁਣੈ। ਕਹਿੰਦੇ ਸਾਰੇ ਦੇ ਸਾਰੇ ਗਿਆਨ ਨੂੰ ਕੰਨਾਂ ਦੇ ਨਾਲ ਸੁਣੇ, ਸਾਰੀਆਂ ਸਿਮਰਤੀਆਂ ਜਿਹੜੀਆਂ ਹੈਗੀਆਂ ਸਾਰਾ ਗਿਆਨ ਕੰਨਾਂ ਦੇ ਨਾਲ ਸੁਣੇ। ਕਰੇ ਨਿੰਦ ਕਵਨੈ ਨਹੀਂ ਗੁਣੇ। ਨਿੰਦਾ ਕਰ ਲਈ ਕੋਈ ਗੁਣ ਨਹੀਂ ਹੈ ਭਾਈ, ਕੋਈ ਫਲ ਨਹੀਂ ਮਿਲਣਾ। ਜਿਉ ਅਨਕ, ਹੁਣ ਇਹਦੇ ਵਿੱਚ ਜਿਹੜਾ ਹੈਗਾ ਨਾ ਨਾਮਦੇਵ ਜੀ ਜਿਹੜਾ ਇਹ ਕਰਮ ਕਾਂਡਾਂ ਨੂੰ ਜਿਹੜਾ ਹੈਗਾ ਪ੍ਰੌੜਤੀ ਨਹੀਂ ਕਰ ਰਹੇ ਇਹਨਾਂ ਦੀ, ਉਹ ਤਾਂ ਦੱਸ ਰਹੇ ਭਾਈ ਆਹ ਕਰਮ ਕਾਂਡਾਂ ਦੇ ਵਿੱਚ ਇਨਸਾਨ ਮੈਜੋਰਟੀ ਲੱਗੀ ਹੋਈ ਸੀ। ਜਿਉ ਅਨੇਕ ਪ੍ਰਸਾਦ ਕਰਾਵੇ, ਲਓ ਲੰਗਰ ਲਵਾ ਲੈ ਭਾਈ ਜਿੰਨੇ ਮਰਜੀ। ਕਹਿੰਦੇ ਅਨੇਕ ਪ੍ਰਸਾਦ ਕਰਾਵੇ, ਭੂਮਦਾਨ ਸੋਭਾ ਮੰਡਪ ਪਾਵੇ। ਬਥੇਰੇ ਮੰਡਪ ਲਾ ਲੈ ਤੇ ਬਥੇਰੀ ਜਿਹੜੀ ਹੈ ਧਰਤੀ ਵੀ ਦਾਨ ਕਰਦੇ, ਔਰ ਲੋਕਾਂ ਨੂੰ ਹੋਰ ਆਪਣਾ ਜਿਹੜਾ ਹੈਗੇ ਦੂਸਰਿਆਂ ਨੂੰ ਜਿਹੜਾ ਦਾਨ ਕਰਦਾ ਰਹੇ। ਬਥੇਰੀ ਸੋਭਾ ਹੋਏ ਉਹਦੀ। ਆਪਣਾ ਬਿਗਾਰ ਬਿਰਾਨਾ ਸੰਡ ਹੈ। ਕਹਿੰਦੇ ਆਪਣਾ ਛੱਡ ਕੇ ਤੇ ਆਪਣਾ ਕੰਮ ਜਿਹੜਾ ਹੈਗਾ ਉਹਨੂੰ ਛੱਡ ਕੇ ਤੇ ਦੂਸਰੇ ਦਾ ਕੰਮ ਸਵਾਰਦਾ ਹੈ। ਕਹਿੰਦੇ ਇੱਥੇ ਤੱਕ ਵੀ ਜੇ ਕੋਈ ਜਾਏ ਆਪਣਾ ਛੱਡ ਕੇ ਆਪਣਾ ਵਿਗਾੜ ਕੇ ਦੂਸਰੇ ਦਾ ਸਵਾਰਦਾ ਹੈ। ਕਿੰਨਾ ਉੱਚੀ ਚੀਜ਼ ਹੈ ਦੇਖੋ। ਕਹਿੰਦੇ ਕਰੇ ਨਿੰਦ ਬਹੁ ਜੋਨੀ ਹੰਡ ਹੈ। ਨਿੰਦਾ ਕਰ ਲਈ ਉਹਨੇ ਤੇ ਜੂਨਾਂ ਤੋਂ ਜਾਣੋ ਕੋਈ ਨਹੀਂ ਰੋਕ ਸਕਦਾ ਉਹਨੂੰ। ਬਹੁ ਜੋਨੀ ਹੰਡ, ਹੰਡਣਾ ਪੈਣਾ ਹੈ ਭਾਈ। ਜੂਨਾਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਟ੍ਰੇਨ ਹੋਣਾ ਪੈਣਾ ਹੈ ਫਿਰ ਵੀ ਨਿੰਦਾ ਨਹੀਂ ਕਰਨੀ। ਨਿੰਦਾ ਕਹਾਂ ਕਰੋ ਸੰਸਾਰਾ, ਨਿੰਦਕ ਕਾ ਪ੍ਰਗਟ ਪਹਾਰਾ। ਕਹਿੰਦੇ ਭਾਈ ਦੇਖੋ ਇਹ ਗਿਆਨ ਨੂੰ ਲੈਣ ਵਾਲਿਓ, ਸੰਸਾਰ ਦੇ ਲੋਕੋ, ਕਾਹਦੇ ਵਾਸਤੇ ਨਿੰਦਾ ਕਰਨੀ ਹੈ? ਕਾਹਦੇ ਵਾਸਤੇ ਨਿੰਦਾ ਕਰਨੀ ਹੈ? ਛੱਡ ਦਿਓ। ਨਿੰਦਕ ਕਾ ਪ੍ਰਗਟ ਪਹਾਰਾ, ਨਿੰਦਕ ਦਾ ਜਿਹੜਾ ਪ੍ਰਗਟ ਆ ਸਾਰਾ ਦੁਕਾਨ ਪ੍ਰਗਟ ਆ ਨਿੰਦਕ ਦੀ। ਨਿੰਦਕ ਸੋਧ ਸਾਧ ਵਿਚਾਰਿਆ। ਰਵਿਦਾਸ ਜੀ ਕਹਿ ਰਹੇ ਭਾਈ ਮੈਂ ਤਾਂ ਚੰਗੀ ਤਰ੍ਹਾਂ ਜਿਹੜਾ ਹੈਗਾ ਮੇਰੀ ਮੱਤ ਹੈਗੀ ਆ ਉਹਦੇ ਹਿਸਾਬ ਦੇ ਨਾਲ ਸੋਧ ਸਾਧ ਕੇ ਮੈਂ ਇਸ ਨਤੀਜੇ 'ਤੇ ਨਿਕਲਿਆ ਆ ਜਿਹੜਾ ਹੈਗਾ ਮੈਂ ਨਿਚੋੜ ਕੱਢਿਆ ਆ ਨਿੰਦਕ ਦੇ ਬਾਰੇ। ਨਿੰਦਕ ਸੋਧ ਸਾਧ ਵਿਚਾਰਿਆ, ਕਹੋ ਨਾਨਕ ਪਾਪੀ ਨਰਕ ਸਿਧਾਰਿਆ। ਭਾਈ ਨਿੰਦਕ ਜਿਹੜਾ ਹੈਗਾ ਉਹਨੇ ਨਰਕ 'ਚ ਜਾਣਾ ਹੀ ਆ ਭਾਈ, ਉਹਨੂੰ ਕੋਈ ਬਚਾ ਨਹੀਂ ਸਕਦਾ ਜਦ ਤੱਕ ਉਹ ਨਿੰਦਾ ਨਹੀਂ ਛੱਡਦਾ। ਹਾਂਜੀ ਰਵਿਦਾਸ ਪਾਪੀ, ਹਾਂਜੀ ਰਵਿਦਾਸ ਜੀ ਹੈਗੇ ਹਾਂਜੀ। ਤੇ ਇਹ ਜੀ ਮੇਰੇ ਖਿਆਲ ਰਾਗ ਵੀ ਪੂਰਾ ਹੋ ਗਿਆ। ਆ ਥੱਲੇ ਨੰਬਰਿੰਗ ਹੈਗੀ ਥੋੜ੍ਹੀ ਜਿਹੀ, ਆਪਾਂ ਨੰਬਰਿੰਗ ਦੀ ਵਿਚਾਰ ਕਰ ਲਈਏ। ਇਹ 4 ਨੰਬਰ ਪਹਿਲਾਂ ਪਾਇਆ। 4 ਦਾ ਮਤਲਬ ਆ ਇਹ ਰਵਿਦਾਸ ਜੀ ਦਾ ਸ਼ਬਦ ਸੀਗਾ, ਆਖਰੀ ਸ਼ਬਦ ਜਿਹੜਾ ਆਪਾਂ ਨਿੰਦਾ ਦੇ ਉੱਤੇ ਲਿਆ। ਇਹ 4 ਬੰਦਾਂ ਦਾ ਸ਼ਬਦ ਸੀਗਾ, 4 ਸਟੈਂਜਿਆਂ ਦਾ। ਔਰ 2 ਜਿਹੜੇ ਹੈਗੇ 2 ਪਾਇਆ, 2 ਸ਼ਬਦ ਆ। ਫਿਰ 2 ਡੰਡੀਆਂ ਪਾਈਆਂ ਉਹਨੇ, ਇਹਨਾਂ ਦੇ 2 ਸ਼ਬਦ ਹੈਗੇ। ਫਿਰ 11 ਪਾਇਆ ਹੋਇਆ ਆ ਭਾਈ, ਇਹ 11 ਸ਼ਬਦ ਹੈਗੇ ਆ।
ਆਪਣੇ ਜਿਹੜੇ ਹੈਗੇ ਕਬੀਰ ਜੀ ਦੇ, ਫਿਰ 7 ਸ਼ਬਦ ਹੈਗੇ ਇਹ ਜਿਹੜੇ ਹੈਗੇ ਆ ਨਾਮਦੇਵ ਜੀ ਦੇ, ਫਿਰ 2 ਸ਼ਬਦ ਜਿਹੜੇ ਹੈਗੇ ਆਹ ਵਾਲੇ 2 ਸ਼ਬਦ ਜਿਹੜੇ ਹੈ ਰਵਿਦਾਸ ਜੀ ਦੇ। 11 ਤੇ 7 18 ਤੇ 2, ਇਹ ਟੋਟਲ 20 ਹੋ ਗਏ ਸ਼ਬਦ। ਭਗਤਾਂ ਦੀ ਬਾਣੀ ਜਿਹੜੀ ਹੈਗੀ ਇਹਦੇ ਵਿੱਚ ਟੋਟਲ 20 ਸ਼ਬਦ ਹੈਗੇ ਆ। 11 7 ਤੇ 2, 11 ਜਿਹੜੇ ਹੈਗੇ ਕਬੀਰ ਜੀ ਦੇ ਹੈਗੇ, 7 ਜਿਹੜੇ ਹੈਗੇ ਨਾਮਦੇਵ ਜੀ ਦੇ ਹੈਗੇ, ਤੇ 2 ਸ਼ਬਦ ਰਵਿਦਾਸ ਜੀ ਦੇ ਹੈਗੇ। ਦੂਆ ਪਹਿਲਾ ਦੂਆ ਜਿਹੜਾ ਹੈ ਉਹੀ ਸੇਮ ਦੂਆ ਇੱਥੇ ਆ ਗਿਆ, ਇੱਥੇ ਟੋਟਲ ਆਏਗਾ। ਅਤੇ ਇਸ ਤਰੀਕੇ ਦੇ ਨਾਲ 11 ਤੇ 7 18 ਤੇ 2 20 ਹੋ ਗਏ, ਅਤੇ ਬਾਕੀ ਹੁਣ ਜਿਹੜੇ ਆ 49 ਟੋਟਲ ਹੈਗਾ, 49। ਅਤੇ ਹੁਣ 29 ਸ਼ਬਦ ਬਚ ਗਏ। 29 ਦੇ ਵਿੱਚ ਜੇ ਆਪਾਂ ਨੂੰ ਥੋੜ੍ਹਾ ਜਿਹਾ ਜੇ ਯਾਦ ਹੋਏ ਤਾਂ 6 ਪਹਿਲਾਂ 6 ਸ਼ਬਦ ਜਿਹੜੇ ਹੈ ਚੌਥੀ ਪਾਤਸ਼ਾਹੀ ਦੇ ਸੀਗੇ, ਔਰ ਉਸ ਤੋਂ ਬਾਅਦ ਜਿਹੜੇ ਹੈਗੇ ਆ ਬਾਕੀ ਜਿਹੜੇ ਹੈਗੇ 23 ਸ਼ਬਦ ਜਿਹੜੇ ਹੈਗੇ ਉਹ ਪੰਜਵੀਂ ਪਾਤਸ਼ਾਹੀ ਦੇ ਸੀਗੇ। 23 ਦੇ ਵਿੱਚ ਜਿਹੜੇ 2 ਸ਼ਬਦ ਪਹਿਲਾਂ ਇੱਕ ਲੜੀ ਦੇ ਮੋਤੀ ਸੀਗੇ, ਉਸ ਤੋਂ ਬਾਅਦ 20 ਸ਼ਬਦ ਫਿਰ ਲੜੀ ਦੇ ਮੋਤੀ ਸੀਗੇ, ਫਿਰ ਆਖਰੀ ਦੇ ਵਿੱਚ ਇੱਕ ਅਸ਼ਟਪਦੀ ਸੀਗੀ। ਇਸ ਤਰੀਕੇ ਦੇ ਨਾਲ ਇਹ 49 ਜੋੜ ਹੋ ਗਿਆ। ਸੀਲ ਬੰਦ ਕਰ ਦਿੱਤਾ, ਇੰਟਰਲਾਕਿੰਗ ਕਰ ਦਿੱਤੀ। ਇਹਦੇ ਵਿੱਚ ਨਾ ਕੋਈ ਪਾ ਸਕਦਾ ਹੈ ਨਾ ਕੋਈ ਕੱਢ ਸਕਦਾ ਹੈ ਭਾਈ। ਦੇਖੋ ਇੰਨਾ ਜਿਹੜਾ ਪੰਜਵੀਂ ਪਾਤਸ਼ਾਹੀ ਇੱਥੇ ਤੱਕ ਜਿਹੜੇ ਹੈਗੇ, ਦੇਖੋ ਆਪਣੇ ਜਿਹੜਾ ਹੈਗੇ ਆਪਣੇ ਆਪ ਨੂੰ ਕੁਰਬਾਨ ਕਰ ਗਏ। ਇੰਨੀ ਛੋਟੀ ਉਮਰ ਦੇ ਵਿੱਚ ਹੀ ਇੱਥੇ ਤੱਕ ਜਿਹੜਾ ਹੈਗੇ ਆਪਾਂ ਨੂੰ ਸੀਲ ਬੰਦ ਕਰਕੇ ਜਿਹੜਾ ਹੈਗਾ ਗਿਆਨ ਜਿਹੜਾ ਹੈਗਾ ਇਹ ਦੇ ਕੇ ਗਏ ਆ ਭਾਈ। ਇਹਦੀ ਆਪਾਂ ਕਦਰ ਕਰੀਏ, ਇਹ ਅੱਖਰਾਂ ਦਾ ਮੁੱਲ ਪਾਈਏ ਭਾਈ। ਇਹ ਜੋ ਬਾਣੀ ਕਹਿ ਰਹੀ ਹੈ ਇਹਦੇ ਸਿੱਖ ਬਣੀਏ ਭਾਈ, ਇਹਨੂੰ ਆਪਣੇ ਜੀਵਨ ਦੇ ਵਿੱਚ ਘਟਾਈਏ। ਬਸ ਇਹੀ ਬੇਨਤੀ ਹੈਗੀ ਆ। ਭੁੱਲਾਂ ਚੁੱਕਾਂ ਦੀ ਮਾफ़ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀਓ, ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ